ਇਹ ਬਾਣੀ ਜੋ ਜਿਉ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰ ਬਾਣੀ ਬਣੀਐ। ਸਤਿਗੁਰ ਕੀ ਰੀਸੈ ਹੋਰ ਕੱਚ ਪਿਛ ਬੋਲਦੇ, ਸੇ ਕੁੜਿਆਰ ਕੂੜੇ ਝਾੜ ਪੜੀਐ। ਜਿਉ ਪੁਰਖੈ ਘਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ। ਬਹੁ ਰਸ ਸਾਲਣੇ ਸਵਾਰ ਦੀ, ਖਟ ਰਸ ਮੀਠੇ ਪਾਏ। ਤਿਉ ਬਾਣੀ ਭਗਤ ਸਲਾਹੰਦੇ, ਹਰ ਨਾਮਾ ਚਿਤ ਲਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਰਵਰੇ ਕਾਇਨਾਤ, ਭਗਤ ਵਸ਼ਲ ਪਤਿਤ ਪਾਵਨ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸ਼੍ਰੋਮਣੀ ਰਾਗੀ ਗ੍ਰੰਥੀ ਪ੍ਰਚਾਰ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਗੁਰਗੱਦੀ ਨਸ਼ੀਨੀ ਗੁਰਪੁਰਬ ਨੂੰ ਸਮਰਪਿਤ ਜੋ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਦਾਸ ਤੋਂ ਪਹਿਲਾਂ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕੀਤੇ ਹਨ। ਆਓ ਕੁਝ ਸਮਾਂ ਗੁਰਮਤਿ ਵਿਚਾਰਾਂ ਨਾਲ ਸਾਰੇ ਜੁੜਨ ਦਾ ਯਤਨ ਕਰੀਏ। ਦਾਸ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਗੁਰੂ ਫਤਿਹ ਸਾਰੇ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਅੰਦਰ ਸ਼ਬਦ ਗੁਰੂ ਦੀ ਬਹੁਤ ਮਹਾਨਤਾ ਹੈ, ਕਿਉਂਕਿ ਸ਼ਬਦ ਸਦੀਵੀ ਹੈ, ਸਰਬ ਵਿਆਪਕ ਹੈ। ਸਰੀਰ ਕਰਕੇ ਇੱਕੋ ਸਮੇਂ ਹਰ ਥਾਂ ਤੇ ਗੁਰੂ ਨੂੰ ਨਹੀਂ ਵੇਖਿਆ ਜਾ ਸਕਦਾ। ਸਰਬ ਵਿਆਪਕ ਗੁਰੂ ਗਿਆਨ ਰੂਪ ਵਿੱਚ, ਸ਼ਬਦ ਰੂਪ ਵਿੱਚ ਹੀ ਹੋ ਸਕਦਾ ਹੈ। ਮਨੁੱਖ ਅੱਜ ਹੈ, ਕਦੇ ਨਹੀਂ ਸੀ, ਕਦੇ ਸਮਾਂ ਆਵੇਗਾ ਮਨੁੱਖ ਦੀ ਹੋਂਦ ਖਤਮ ਹੋ ਜਾਂਦੀ ਹੈ। ਸ਼ਬਦ ਪਹਿਲਾਂ ਵੀ ਸੀ, ਅੱਜ ਵੀ ਹੈ, ਔਰ ਸ਼ਬਦ ਸਦੀਵ ਕਾਲ ਹੈ। ਇਸੇ ਲਈ ਮੇਰੇ ਗਰੀਬ ਨਵਾਜ਼ ਜੀ ਨੇ ਸ਼ਬਦ ਦੁਆਰਾ ਹੀ ਸੰਸਾਰ ਦੀ ਉਤਪਤੀ ਮੰਨੀ ਹੈ, ਤੇ ਪ੍ਰਮਾਤਮਾ ਜਿਸ ਨਿਯਮ ਦੇ ਵਿੱਚ ਇਸ ਸ੍ਰਿਸ਼ਟੀ ਨੂੰ ਸਮੇਟਦਾ ਹੈ, ਗਰੀਬ ਨਵਾਜ਼ ਜੀ ਨੇ ਉਹਨੂੰ ਵੀ ਪ੍ਰਮਾਤਮਾ ਦਾ ਸ਼ਬਦ ਕਿਹਾ। ਉਤਪਤ ਪਰਲੋ ਸ਼ਬਦੇ ਹੋਵੈ, ਸ਼ਬਦੇ ਹੀ ਫਿਰ ਓਪਤ ਹੋਵੈ।
ਗਰੀਬ ਨਵਾਜ ਜੀ ਨੇ ਚਾਹੇ ਉਹ ਆਤਮਿਕ ਤੀਰਥ ਇਸ਼ਨਾਨ ਸੀ, ਚਾਹੇ ਉਹ ਬੰਧਨ ਰਹਿਤ ਅਵਸਥਾ ਜਿਹਨੂੰ ਆਪਾਂ ਜੀਵਨ ਮੁਕਤ ਕਹਿੰਦੇ ਹਾਂ, ਤੀਰਥ ਇਸ਼ਨਾਨ ਵੀ ਸ਼ਬਦ ਦੀ ਵਿਚਾਰ ਨੂੰ ਮੰਨਿਆ। ਤੇ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ, ਪਰਮਾਤਮਾ ਦਾ ਸ਼ਬਦ ਵਸ ਜਾਵੇ, ਸਾਹਿਬ ਕਹਿੰਦੇ ਨੇ ਉਹ ਮਨੁੱਖ ਬੰਧਨ ਰਹਿਤ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਜਗਤ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਸਿੱਖ ਧਰਮ ਦੇ ਫਾਊਂਡਰ ਨੇ, ਉਹਨਾਂ ਦੇ ਬਚਨ ਹਨ, ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜੇ ਜੋਗੀ ਲੋਕ ਘਰ ਛੱਡ ਕੇ, ਕਿਰਤ ਛੱਡ ਕੇ, ਬੱਚੇ ਛੱਡ ਕੇ ਪਰਬਤਾਂ ਦੀਆਂ ਚੋਟੀਆਂ ਤੇ ਜਾ ਕੇ ਬੈਠਦੇ ਸਨ, ਲਕਸ਼ ਮਨੋਰਥ ਇੱਕੋ ਸੀ ਕਿ ਸਾਨੂੰ ਮੁਕਤੀ ਕਿਵੇਂ ਮਿਲੇ। ਗਰੀਬ ਨਵਾਜ ਜੀ ਨੇ ਸਿੱਧਾਂ ਨਾਲ ਜਦੋਂ ਗੋਸ਼ਟੀ ਕੀਤੀ, ਚਾਹੇ ਉਹ ਸ਼ਮੇਰ ਪਰਬਤ ਦਾ ਟਿਕਾਣਾ ਸੀ, ਚਾਹੇ ਉਹ ਪੰਜਾਬ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਬਟਾਲੇ ਦੇ ਨੇੜੇ ਅਚਲ ਸਾਹਿਬ ਦੀ ਧਰਤੀ ਹੈ, ਤੇ ਚਾਹੇ ਉਹ ਉੱਤਰ ਪ੍ਰਦੇਸ਼ ਦੇ ਵਿੱਚ, ਯੂਪੀ ਦੇ ਵਿੱਚ ਗੋਰਖ ਮਤਾ, ਜਿਸ ਨੂੰ ਅੱਜ ਅਸੀਂ ਨਾਨਕ ਮਤਾ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਫਿਰ ਜਾ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ, ਦਰਸ਼ਨ ਵੇਖਣ ਕਾਰਨ ਸਗਲੀ ਉਲਟ ਪਈ ਲੋਕਾਈ। ਔਰ ਕਮਾਲ ਉਦੋਂ ਹੋਇਆ ਕਿ ਜਿੱਥੇ ਗੋਰਖ ਦਾ ਮਤਾ, ਗੋਰਖ ਦੀ ਵਿਚਾਰ ਚੱਲਦੀ ਸੀ, ਗਰੀਬ ਨਵਾਜ ਜੀ ਨੇ ਸ਼ਬਦ ਦੀ ਰੂਢੀ ਸ਼ਕਤੀ ਦੇ ਨਾਲ ਐਸੀਆਂ ਦਲੀਲਾਂ, ਐਸੇ ਪ੍ਰਮਾਣ ਦੇ ਕੇ ਉਹਨਾਂ ਨੂੰ ਜਿੱਤਿਆ ਕਿ ਗੋਰਖ ਮਤਾ ਨਾਨਕ ਮਤਾ ਸਾਹਿਬ ਬਣ ਗਿਆ। ਜਿੱਥੇ ਗੋਰਖ ਦਾ ਮਤਾ ਚੱਲਦਾ ਸੀ, ਉੱਥੇ ਗੁਰੂ ਨਾਨਕ ਸਾਹਿਬ ਦਾ ਮਤਾ ਚੱਲਣ ਲੱਗ ਪਿਆ। ਇਸੇ ਲਈ ਸਾਡੇ ਗੁਰੂ ਘਰ ਨਾਨਕ ਮਤਾ ਨੇ। ਇੱਥੇ ਉਹੀ ਮਤਾ ਚੱਲਣਾ ਚਾਹੀਦਾ ਜਿਹੜਾ ਗੁਰੂ ਨਾਨਕ ਦਾ ਮਤਾ ਹੈ, ਗੁਰੂ ਨਾਨਕ ਦੀ ਵਿਚਾਰਧਾਰਾ ਹੈ। ਤੇ ਜਦੋਂ ਕੋਈ ਕੇਵਲ ਸ਼ਰਧਾ ਦੇ ਤਲ ਤੇ ਆ ਕੇ ਇਹ ਗੱਲ ਆਖਦਾ ਕਿ ਮੈਂ ਆਪਣੇ ਮਨ ਦੀ ਮਤ ਮੁਤਾਬਕ ਗੁਰੂ ਘਰ ਕਰਮ ਕਰਨੇ ਨੇ, ਖਿਮਾ ਕਰਨਾ, ਸਤਿਗੁਰਾਂ ਦਾ ਯਤਨ ਸੀ, ਗੋਰਖ ਮਤਾ ਨਾਨਕ ਮਤਾ ਬਣ ਗਿਆ। ਪਰ ਅੱਜ ਜੇ ਕੋਈ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਛੱਡ ਕੇ ਕੇਵਲ ਸੰਸਾਰੀ ਕਰਮ ਕਾਂਡ ਜਾਂ ਵਹਿਮ ਭਰਮ ਕਰੇ, ਤੇ ਇੰਜ ਲੱਗਦਾ ਵੀ ਜਿਵੇਂ ਉਹ ਨਾਨਕ ਮਤੇ ਨੂੰ ਗੋਰਖ ਮਤਾ ਬਣਾਉਣ ਵਾਲੇ ਪਾਸੇ ਤੁਰ ਪਏ ਹੋਣ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੁਆ। ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਗਰੀਬ ਨਵਾਜ ਜੀ ਨੇ ਜਿਹੜੀ ਸਿੱਧ ਮੰਡਲੀ ਸੀ ਉਹਨੂੰ ਸ਼ਬਦ ਦੁਆਰਾ ਜਿੱਤਿਆ। ਸ਼ਬਦ ਦੀ ਐਸੀ ਰੂਢੀ ਵਿਚਾਰਧਾਰਾ ਹੈ ਕਿ ਗਰੀਬ ਨਵਾਜ ਜੀ ਨੇ ਉਹਨਾਂ ਜੋਗੀਆਂ ਦੇ ਨਾਲ ਗੋਸ਼ਟ ਕਰਕੇ ਉਹਨਾਂ ਦੇ ਕੰਨ ਫੜਾ ਦਿੱਤੇ। ਗੋਸ਼ਟ ਕਰ ਕਰ ਕੰਨ ਫੜਾਏ, ਇਸੇ ਲਈ ਤੋਬਾ ਕਰਕੇ ਉਹਨਾਂ ਜੋਗੀਆਂ ਆਖਿਆ ਸੀ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਜੇ ਸਿੱਧ ਮੰਨ ਗਏ ਤੇ ਆਪਾਂ ਵੀ ਮੰਨ ਜਾਈਏ, ਕਿਉਂਕਿ ਉਹ ਸਿੱਧ ਮੰਨਣ ਵਾਲੇ ਨਹੀਂ ਸਨ। ਉਹਨਾਂ ਨੇ ਬੜੀਆਂ ਬੜੀਆਂ ਕਰਾਮਾਤਾਂ, ਬੜੀਆਂ ਬੜੀਆਂ ਰਿੱਧੀਆਂ ਸਿੱਧੀਆਂ ਦਿਖਾਈਆਂ, ਇੱਥੇ ਤੱਕ ਕਿ ਤਾਰੇ ਤੋੜੇ ਭੰਗਰਨਾਥ। ਇਹ ਵੀ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ, ਰੂਪ ਵਟਾਏ ਜੋਗੀਆਂ, ਸਿੰਘ ਬਾਗ ਬਹੁ ਚਲਤ ਦਿਖਾਏ, ਪਰ ਆਖਰ ਨੂੰ ਸਿੱਧ ਤੰਤਰ ਮੰਤ ਕਰ ਝੜ ਪਏ, ਸ਼ਬਦ ਗੁਰੂ ਕੇ ਕਲਾ ਛਪਾਈ। ਉਹਨਾਂ ਦੇ ਜੰਤਰ ਮੰਤਰ, ਉਹਨਾਂ ਦੀਆਂ ਰਿੱਧੀਆਂ ਸਿੱਧੀਆਂ, ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਸ਼ਬਦ ਦੀ ਵਿਚਾਰਧਾਰਾ ਸੀ ਉਹਦੇ ਥੱਲੇ ਰਹਿ ਗਈਆਂ। ਭਾਵ ਕੋਈ ਕਰਮ ਧਰਮ ਜਿਹੜਾ ਉਹ ਸ਼ਬਦ ਵਿਚਾਰ ਦੇ ਤੁਲ ਨਹੀਂ ਪਹੁੰਚ ਸਕਦਾ। ਇਸ ਕਰਕੇ ਗਰੀਬ ਨਵਾਜ ਜੀ ਨੇ ਆਪ ਪਾਵਨ ਬਾਣੀ ਵਿੱਚ ਸਪਸ਼ਟ ਕੀਤਾ,
ਇਸ ਤੇ ਉਪਰ ਨਹੀਂ ਵਿਚਾਰ, ਜਾਂਕੈ ਮਨ ਵਸਿਆ ਨਿਰੰਕਾਰ। ਜਿਹਦੇ ਮਨ ਵਿੱਚ ਨਿਰੰਕਾਰ ਵਸ ਜਾਂਦਾ, ਇਹਦੇ ਤੋਂ ਉੱਪਰ ਅੱਗੇ ਹੋਰ ਕੋਈ ਵਿਚਾਰ ਨਹੀਂ, ਵੀ ਅੱਗੇ ਕੋਈ ਹੋਰ ਥਾਂ ਨਹੀਂ, ਵੀ ਅਸੀਂ ਆਖੀਏ ਵੀ ਸ਼ਾਇਦ ਕੋਈ ਕਰਮ ਧਰਮ ਹੋਰ ਰਹਿੰਦਾ। ਸਰਬ ਧਰਮ ਮਾਨੋ ਤੇ ਕੀਏ, ਜੇ ਪ੍ਰਭ ਕੀਰਤ ਗਾਈ। ਜਿਨੇ ਪਰਮੇਸ਼ਰ ਦੀ ਕੀਰਤੀ ਕਰ ਲਈ, ਮਾਲਕ ਦੇ ਗੁਣ ਗਾ ਲਏ, ਉਹਨੇ ਸਾਰੇ ਕਰਮ ਧਰਮ ਕਮਾ ਲਏ। ਤੇ ਦੂਸਰੇ ਪਾਸੇ ਬੰਦਾ ਸਾਰੇ ਕਰਮ ਧਰਮ ਕਰ ਲਵੇ ਪਰ ਇੱਕ ਪਰਮਾਤਮਾ ਦੀ ਕੀਰਤੀ ਨਾ ਕਰੇ। ਤੇ ਸਾਹਿਬ ਦੇ ਬਚਨ ਨੇ ਕਿ ਉਸ ਮਨੁੱਖ ਦੇ ਸਾਰੇ ਕਰਮ ਧਰਮ ਜਿਹੜੇ ਨੇ ਉਹ ਨਿਫਲ ਚਲੇ ਜਾਂਦੇ ਨੇ, ਕਿਉਂਕਿ ਕਰਮ ਧਰਮ ਕਰ ਮੁਕਤ ਮੰਗਾਹੀ। ਮੁਕਤ ਪਦਾਰਥ ਸ਼ਬਦ ਸਲਾਹੀ, ਬਿਨ ਗੁਰ ਸ਼ਬਦੈ ਮੁਕਤ ਨਾ ਹੋਈ। ਪਰਪੰਚ ਕਰ ਪਰਮਾਈ ਹੈ। ਜਿਹੜੀ ਸਿੱਧਾਂ ਨਾਲ ਗੋਸ਼ਟੀ ਹੋਈ, ਜਿਹੜੇ ਪ੍ਰਸ਼ਨ ਉੱਤਰ ਹੋਏ, ਉਹਨਾਂ ਨੂੰ ਗੁਰੂ ਕੀ ਬਾਣੀ ਦੇ ਵਿੱਚ ਅਸੀਂ ਸਰਲੇਖ ਪੜ੍ਹਦੇ ਹਾਂ। ਰਾਮ ਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟ। ਉਹਦਾ ਜਿਹੜਾ ਰਹਾਉ ਵਾਲਾ ਬੰਦ ਹੈ, ਉਹਦੇ ਵਿੱਚ ਸਤਿਗੁਰਾਂ ਨੇ ਨਿਰਣਾ ਦਿੱਤਾ ਹੈ, ਕਿਆ ਭਵੀਐ ਸੱਚ ਸੂਚਾ ਹੋਏ। ਕਿਉਂ ਭਟਕਦੇ ਹੋ, ਕਿਉਂ ਘਰ ਤੋਂ ਬਾਹਰ ਜਾਂਦੇ ਹੋ। ਇਹ ਵੱਖਰੀ ਗੱਲ ਹੈ ਕਿ ਅੱਜ ਵੀ ਬਹੁਤ ਸਾਰੇ ਭਾਰਤ ਵਰਸ਼ ਦੇ ਉਹ ਲੋਕ ਜਿਨ੍ਹਾਂ ਦੀ ਆਸਥਾ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਬਚਨ ਸਮਝ ਲਿਆ ਜਾਵੇ ਵੀ ਉਹ ਲੋਕ ਘਰ ਛੱਡ ਕੇ ਬਨ ਵਿੱਚ ਜੰਗਲਾਂ ਵਿੱਚ ਜਾਂਦੇ ਸਨ, ਤੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਬੜਾ ਸਟਿਕਟ ਹੋ ਕੇ ਬਚਨ ਕਹੇ ਨੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਕਾਹੇ ਰੇ ਦਾ ਮਤਲਬ ਕਾਹਦੇ ਲਈ ਜਾਂਦੇ ਹੋ ਘਰ ਛੱਡ ਕੇ ਜੰਗਲਾਂ ਵਿੱਚ। ਘਰੇ ਬੈਠੋ, ਪਰਬਤਾਂ ਤੋਂ ਉੱਤਰ ਆਓ। ਤੇ ਗਰੀਬ ਨਵਾਜ ਜੀ ਨੇ ਸਿੱਧ ਗੋਸ਼ਟ ਬਾਣੀ ਦਾ ਜਿਹੜਾ ਰਹਾਉ ਵਾਲਾ ਬੰਦ ਸੀ, ਉਹਦੇ ਵਿੱਚ ਸਪਸ਼ਟ ਕੀਤਾ, ਕਿਆ ਭਵੀਐ, ਕਿਉਂ ਭਟਕਦੇ ਹੋ। ਸੱਚ ਸੂਚਾ ਹੋਏ, ਜੇ ਸੱਚ ਨਾਲ ਜੁੜੋਗੇ ਤੇ ਫਿਰ ਸੁੱਚੇ ਹੋਵੋਗੇ। ਤੇ ਅਗਲਾ ਬਚਨ ਸੀ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਜਦੋਂ ਤੱਕ ਤੁਸੀਂ ਪਰਮੇਸ਼ਰ ਦੇ ਸੱਚੇ ਸ਼ਬਦ ਨਾਲ ਨਹੀਂ ਜੁੜਦੇ, ਉਦੋਂ ਤੱਕ ਸੱਚੇ ਸ਼ਬਦ ਨਾਲ ਜੁੜਨ ਤੋਂ ਬਿਨਾਂ ਕੋਈ ਮੁਕਤ ਨਹੀਂ ਹੋ ਸਕਦਾ। ਬੰਧਨ ਰਹਿਤ ਅਵਸਥਾ ਜਿਹੜੀ ਹੈ ਉਹ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਸਕਦੀ। ਇਸ ਲਈ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਜੋਗੀਆਂ ਪ੍ਰਸ਼ਨ ਕੀਤਾ ਸੀ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ। ਤੇ ਉਹਦਾ ਵੀ ਉੱਤਰ ਇਹੀ ਦਿੱਤਾ ਸੀ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਔਰ ਕੇਵਲ ਸ਼ਬਦ ਨੂੰ ਗੁਰੂ ਕਿਹਾ ਹੀ ਨਹੀਂ, ਸੁਰਤ ਜੋੜਨ ਨੂੰ ਚੇਲਾ ਕਿਹਾ ਹੀ ਨਹੀਂ। ਗਰੀਬ ਨਵਾਜ ਜੀ ਨੇ ਆਪਣੀ ਸਰੀਰਕ ਹਯਾਤੀ ਦੇ ਵਿੱਚ, ਹਾਲਾਂਕਿ ਧੁਰ ਤੋਂ ਸਮਰੱਥ ਸਨ, ਅਸੀਂ ਕਦੇ ਗੁਰੂ ਨਾਨਕ ਸਾਹਿਬ ਜੀ ਦਾ ਗੁਰਗੱਦੀ ਨਸ਼ੀਨੀ ਗੁਰਪੁਰਬ ਨਹੀਂ ਮਨਾਉਂਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਇੰਜ ਕਹਿ ਲਵੋ ਵੀ ਜਿਵੇਂ ਕਿਤੇ ਅਕਾਲ ਪੁਰਖ ਦੀ ਜੋਤ ਨੇ ਆਪ ਆਕਾਰ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਆਉਣਾ ਕੀਤਾ ਹੋਵੇ। ਗੁਰੂ ਨਾਨਕ ਸਾਹਿਬ ਜੀ ਜਗਤ ਵਿੱਚ ਆਏ ਪਰ ਗਏ ਨਹੀਂ, ਜੋਤ ਕਰਕੇ ਗੁਰੂ ਅੰਗਦ ਦੇਵ ਜੀ ਵਿੱਚ ਬਿਰਾਜਮਾਨ ਹੋ ਗਏ। ਤੇ ਇਹੀ ਜੋਤ ਜਿਹੜੀ ਇੱਕ ਵਚਨ ਹੈ, ਉਹ ਦਸਾਂ ਜਾਮਿਆਂ ਵਿੱਚ ਟਰੈਵਲ ਕਰਦੀ ਹੋਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਿਰਾਜਮਾਨ ਹੋਈ। ਤੇ ਅੱਜ ਅਸੀਂ ਅਰਦਾਸ ਕਰਦੇ ਹਾਂ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਾਤਸ਼ਾਹੀਆਂ 10, ਟਿਕਾਣੇ 10, ਪਰ ਜੋਤਾਂ 10 ਨਹੀਂ। ਦਸਾਂ ਪਾਤਸ਼ਾਹੀਆਂ ਦੀ ਜੋਤ, ਜੋਤ ਇੱਕ ਵਚਨ ਹੈ। ਇਹਦਾ ਮਤਲਬ ਕਿ ਸਰੀਰ ਕਰਕੇ 10 ਜਾਮੇ ਧਾਰਨ ਕੀਤੇ, 10 ਗੁਰ ਵਿਅਕਤੀਆਂ ਦੇ ਰੂਪ ਵਿੱਚ ਪ੍ਰਗਟ ਹੋਏ, ਪਰ 10 ਟਿਕਾਣੇ ਬਦਲਣ ਦੇ ਬਾਵਜੂਦ ਵੀ ਗੁਰੂ ਨਹੀਂ ਬਦਲਿਆ। ਜੋਤ ਓਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀ ਹੈ। 10 ਗੁਰ ਵਿਅਕਤੀ ਹੋ ਕੇ ਵੀ ਗੁਰੂ ਇੱਕ ਹੀ ਰਿਹਾ। ਤੇ ਉਹ ਗੁਰੂ ਸੀ ਗਿਆਨ, ਉਹ ਗੁਰੂ ਸੀ ਬਾਣੀ, ਉਹ ਗੁਰੂ ਸੀ ਸ਼ਬਦ। ਕਿਤੇ ਆਖਿਆ ਬਾਣੀ ਗੁਰੂ, ਗੁਰੂ ਹੈ ਬਾਣੀ। ਕਿਤੇ ਆਖਿਆ ਗਿਆਨ ਗੁਰੂ ਆਤਮ ਉਪਦੇਸੋ। ਕਿਤੇ ਬਚਨ ਕਹੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਤਾਂ ਕਿ ਜਗਿਆਸੂ ਦਾ ਸਿੱਖ ਦਾ ਜਿਹੜਾ ਸੰਬੰਧ ਹੈ ਉਹ ਪਰਮਾਤਮਾ ਦੇ ਗੁਰੂ ਦੇ ਸ਼ਬਦ ਨਾਲ ਜੁੜ ਜੇ। ਤੇ ਜਿਹੜੀ ਸੁਰਤ ਹੈ ਉਹ ਚੇਲਾ ਬਣ ਕੇ, ਸੇਵਕ ਬਣ ਕੇ
ਸ਼ਬਦ ਨਾਲ ਆਪਣੇ ਆਪ ਨੂੰ ਜੋੜ ਕੇ ਇੱਕ ਮਿੱਕ ਹੋ ਜਾਵੇ। ਤੇ ਇਹ ਹੈ ਮਨੁੱਖਾ ਜੀਵਨ ਦੀ ਸਫਲਤਾ ਦਾ ਰਾਜ, ਜਿਹੜਾ ਮੇਰੇ ਸਤਿਗੁਰੂ ਜੀ ਨੇ 10 ਜਾਮਿਆਂ ਦੇ ਵਿੱਚ ਦੱਸਿਆ। ਅੱਜ ਅਸੀਂ ਇਹ ਕਵਾਂਗੇ ਵੀ ਜੇ ਗੁਰੂ ਸ਼ਬਦ ਹੈ ਤੇ ਫਿਰ 10 ਸਰੀਰ ਕਿਉਂ ਧਾਰਨ ਕੀਤੇ? ਇਹਦਾ ਬੜਾ ਸੋਹਣਾ ਉੱਤਰ ਹੈ ਵੀ ਜਿਵੇਂ ਕਿਸੇ ਕੰਧ ਦੇ ਉੱਪਰ ਲਿਖਿਆ ਹੋਵੇ ਵੀ ਇੱਥੇ ਲਿਖਣਾ ਮਨ੍ਹਾ ਹੈ, ਤੇ ਕੋਈ ਇਹ ਕਵੇ ਵੀ ਜੇ ਲਿਖਣਾ ਮਨ੍ਹਾ ਹੈ ਤੇ ਫਿਰ ਲਿਖਿਆ ਕਿਉਂ ਹੈ? ਜਿਵੇਂ ਇਹ ਗੱਲ ਸਮਝਾਉਣ ਲਈ ਵੀ ਲਿਖਣਾ ਮਨ੍ਹਾ ਹੈ, ਲਿਖਣਾ ਪਿਆ, ਇਹ ਦੱਸਣ ਲਈ ਵੀ ਸਰੀਰ ਸਦੀਵੀ ਨਹੀਂ ਹੈ, ਸਰੀਰ ਧਾਰਨ ਕਰਨੇ ਪਏ। ਪਰ ਜਦੋਂ 70 ਸਾਲ 5 ਮਹੀਨੇ ਦੀ ਉਮਰ ਹੋਈ ਤੇ ਕਾਇਆ ਦਾ ਆਦਾਨ ਪ੍ਰਦਾਨ ਹੋਇਆ। ਗੁਰੂ ਨਾਨਕ ਸਾਹਿਬ ਜੀ ਨੇ ਕਾਇਆ ਪਲਟ ਕੇ ਗੁਰੂ ਅੰਗਦ ਦੇਵ ਜੀ ਦਾ ਸਰੂਪ ਬਣਾ ਲਿਆ। ਭਾਵ ਸਰੀਰ ਜਿਹੜੇ ਸਨ ਉਹ ਸਦੀਵੀ ਨਹੀਂ। ਜਿਵੇਂ ਕਿਸੇ ਥਾਂ ਤੇ ਕੋਈ ਮਨੁੱਖ ਖਲੋਤਾ ਹੈ ਤੇ ਉਹਦੀ ਡਿਊਟੀ ਹੈ ਵੀ ਤੂੰ ਇੱਥੇ ਕਿਸੇ ਨੂੰ ਖਲੋਣ ਨਹੀਂ ਦੇਣਾ, ਉਹ ਕਵੇਗਾ ਭਾਈ ਖਲੋਵੋ ਨਾ, ਤੁਰੇ ਚਲੋ ਤੁਰੇ ਚਲੋ। ਤੇ ਜੇ ਕੋਈ ਕਵੇ ਵੀ ਤੂੰ ਕਹਿੰਦਾ ਖਲੋਣਾ ਮਨ੍ਹਾ ਹੈ, ਤੁਰੇ ਚਲੋ, ਤੇ ਆਪ ਕਿਉਂ ਖਲੋਤਾ ਹੈ? ਆਪ ਇਸ ਕਰਕੇ ਖਲੋਤਾ ਵੀ ਇੱਥੇ ਖਲੋਣਾ ਮਨ੍ਹਾ ਹੈ। ਇਵੇਂ ਗੁਰੂ ਸਰੀਰ ਨਹੀਂ, ਗੁਰੂ ਸ਼ਬਦ 10 ਜਾਮੇ ਧਾਰਨ ਕੀਤੇ। ਔਰ ਮੇਰੇ ਸਤਿਗੁਰੂ ਜੀ ਅਕਸਰ ਭਾਈ ਮਰਦਾਨਾ ਜੀ ਨੂੰ ਕਿਹਾ ਕਰਦੇ ਸਨ, ਛੇੜ ਮਰਦਾਨਿਆਂ ਰਬਾਬ, ਬਾਣੀ ਆਈ ਹੈ ਕਾਈ ਸਿਫਤ ਖੁਦਾ ਦੀ ਕਰ ਲਈ ਹੈ। ਤੇ ਭਾਈ ਮਰਦਾਨਾ ਜੀ ਨੂੰ ਕਿਹਾ, ਕਹਿਣ ਲੱਗੇ ਮਾਲਕ ਨੇ, ਖੁਦਾ ਨੇ ਤੈਨੂੰ ਗਲੇ ਦੀ ਦਾਤ, ਸੁਰ ਦੀ ਦਾਤ, ਰਾਗ ਦੀ ਦਾਤ ਬਖਸ਼ੀ ਹੈ, ਤੇ ਜੇ ਕਿਤੇ ਰਾਗ ਵਿੱਚ ਸ਼ਬਦ ਪਾ ਕੇ ਗਾਵੇਂ, ਆ ਤੇਰਾ ਦੋਵਾਂ ਲੋਕਾਂ ਦੇ ਵਿੱਚ ਭਲਾ ਕਰੀਏ। ਮੇਰੇ ਸਤਿਗੁਰੂ ਜੀ ਨੇ ਚਾਹੇ ਸੱਜਣ ਵਰਗੇ ਠੱਗ ਸਨ, ਭੂਮੀਏ ਵਰਗੇ ਚੋਰ ਸਨ, ਨੂਰ ਸ਼ਾਹ ਵਰਗੀਆਂ ਜਾਦੂਗਰਨੀਆਂ ਸਨ, ਚਾਹੇ ਹਮਜਾ ਗੌਸ ਵਰਗੇ ਅਖੌਤੀ ਪੀਰ ਸਨ, ਚਾਹੇ ਕੰਧਾਰੀ ਵਰਗੇ ਵਲੀ ਸਨ, ਸਮੁੱਚੀ ਕਾਇਨਾਤ ਵਿੱਚ ਮੇਰੇ ਗਰੀਬ ਨਵਾਜ਼ ਜੀ ਨੇ ਜਿਸ ਦਾ ਵੀ ਉਧਾਰ ਕੀਤਾ ਉਹ ਸ਼ਬਦ ਦੁਆਰਾ ਕੀਤਾ। ਇਹੀ ਕਾਰਨ ਕਿ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਹਰ ਥਾਂ ਤੇ ਸ਼ਬਦ ਨੂੰ, ਉਪਦੇਸ਼ ਨੂੰ ਪ੍ਰਧਾਨ ਰੱਖਿਆ। ਤੇ ਆਪਣੇ ਪਿਆਰੇ ਗੁਰਸਿੱਖ ਭਾਈ ਲਾਲੋ ਨੂੰ ਵੀ ਸੰਬੋਧਨ ਕਰਕੇ ਆਖਿਆ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਕਹਿਣ ਲੱਗੇ ਜਿਵੇਂ ਮੈਨੂੰ ਮੇਰਾ ਮਾਲਕ ਹੁਕਮ ਕਰਦਾ ਹੈ, ਮੈਂ ਉਵੇਂ ਉਸ ਗਿਆਨ ਨੂੰ, ਉਸ ਉਪਦੇਸ਼ ਨੂੰ ਸੰਸਾਰ ਦੇ ਵਿੱਚ ਵੰਡਦਾ ਹਾਂ, ਕਿਉਂਕਿ ਗੁਰ ਮੈਂ ਆਪ ਸਮੋਏ ਸ਼ਬਦ ਵਰਤਾਇਆ। ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਿੱਚ ਆਪ ਵਰਤ ਕੇ ਜਿਹੜਾ ਸ਼ਬਦ ਦਾ ਖਜ਼ਾਨਾ ਸੀ ਉਹ ਸੰਸਾਰ ਨੂੰ ਵੰਡਣਾ ਕੀਤਾ। ਤੇ ਜਦੋਂ ਸਰੀਰਾਂ ਦੀ ਵੀ ਗੱਲ ਆਈ ਤੇ ਉੱਥੇ ਵੀ ਭੱਟ ਸਾਹਿਬਾਨ ਨੇ ਬਚਨ ਕਹੇ ਨੇ, ਗੁਰ ਕਰ ਸ਼ਬਦ ਸੁਪੁੰਨ, ਵੀ ਜੇ ਗੁਰੂ ਧਾਰਨ ਕਰਨਾ ਤੇ ਉਹ ਗੁਰੂ ਧਾਰਨ ਕਰ, ਜਿਵੇਂ ਸ਼ਬਦ ਨੇ ਹੀ ਆਕਾਰ ਧਾਰਨ ਕੀਤਾ ਹੋਵੇ। ਜਿਵੇਂ ਬੀਜ ਤੋਂ ਦਰਖਤ, ਤੇ ਦਰਖਤ ਤੋਂ ਫਲ, ਤੇ ਫਲ ਤੋਂ ਫਿਰ ਬੀਜ, ਸ਼ਬਦ ਤੋਂ ਆਕਾਰ ਧਾਰਨ ਕੀਤਾ ਤੇ 10 ਜਾਮਿਆਂ ਵਿੱਚ ਜਾ ਕੇ ਆਕਾਰ ਫਿਰ ਸਮੇਟ ਲਿਆ। ਤੇ ਫਿਰ ਸ਼ਬਦ ਗੁਰੂ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਸਾਨੂੰ ਹੁਕਮ ਕੀਤਾ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਜ ਵੀ ਜੇ ਅਸੀਂ ਸਿੱਖੀ ਦਾ ਸਫ਼ਰ ਵੇਖਣਾ ਹੋਵੇ 1469 ਤੋਂ ਲੈ ਕੇ 1708 ਤੱਕ, ਜਿੱਥੇ ਇਹ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਹੈ, ਜਿੱਥੇ ਇਹ ਸਫ਼ਰ ਭਾਈ ਮਰਦਾਨਾ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਸਫ਼ਰ ਹੈ, ਜਿੱਥੇ ਇਹ ਸਫ਼ਰ ਚਰਨ ਪੌਲ ਤੋਂ ਲੈ ਕੇ ਖੰਡੇ ਦੀ ਪੌਲ ਤੱਕ ਦਾ ਸਫ਼ਰ ਹੈ, ਉੱਥੇ ਇਹ ਸਫ਼ਰ ਸੱਚ ਜਾਣਿਓ ਸ਼ਬਦ ਗੁਰੂ ਸੁਰਤ ਧੁਨ ਚੇਲਾ ਤੋਂ ਲੈ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਹਿਬ ਤੱਕ ਦਾ ਸਫ਼ਰ ਹੈ। ਇਹ ਰੂਹਾਨੀ ਸਫ਼ਰ ਜਿਹੜਾ ਬਟਾਲੇ ਦੀ ਕੰਧ ਤੋਂ ਸਰਹੰਦ ਦੀ ਕੰਧ ਤੱਕ ਦਾ ਸਫ਼ਰ, ਬਾਬਰ ਦੀ ਹਵਾਲਾਤ ਤੋਂ ਲੈ ਕੇ ਠੰਡੇ ਬੁਰਜ ਦੀ ਕੈਦ ਤੱਕ ਦਾ ਸਫ਼ਰ, ਤੇ ਸੱਚਮੁੱਚ ਇਹ ਰੂਹਾਨੀ ਸਫ਼ਰ ਜਿਸ ਵਿੱਚ ਮੇਰੇ ਸਤਿਗੁਰੂ ਜੀ ਨੇ 10 ਟਿਕਾਣੇ ਤਬਦੀਲ ਕੀਤੇ, ਪਰ ਗੁਰੂ ਤਬਦੀਲ ਨਾ ਹੋਣ ਦਿੱਤਾ। ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, 10 ਜਾਮਿਆਂ ਦੇ ਵਿੱਚ ਇੱਕੋ ਸੁਰ ਵਿੱਚ ਸਤਿਗੁਰੂ ਜੀ ਨੇ ਜਿਹੜਾ ਉਪਦੇਸ਼ ਸੀ ਸੰਸਾਰ ਨੂੰ ਬਖਸ਼ਿਸ਼ ਕੀਤਾ। ਅੱਜ ਵੀ ਅਸੀਂ ਵੇਖਦੇ ਹਾਂ ਜਦੋਂ ਗੁਰੂ ਕੇ ਕੀਰਤਨੀਏ ਗੁਰਬਾਣੀ ਦਾ ਸਾਨੂੰ ਕੀਰਤਨ ਸਰਵਣ ਕਰਵਾਉਂਦੇ ਨੇ ਨਾ, ਹੁਣੇ ਕੀਰਤਨ ਹੋ ਰਿਹਾ ਸੀ ਤੇ ਘੱਟੋ ਘੱਟ ਵੀ 2 ਹਾਰਮੋਨੀਅਮ
ਤੇ ਇੱਕ ਤਬਲਾ, 3 ਸਾਜ਼ ਤੇ ਆਪਾਂ ਘੱਟੋ ਘੱਟ ਵੇਖੇ ਨੇ। ਸ਼੍ਰੀ ਦਰਬਾਰ ਸਾਹਿਬ ਵਿਖੇ ਨਾਲ ਹੁਣ ਚੌਥਾ ਸਾਜ਼, ਜਿਹਨੂੰ ਆਪਾਂ ਤੰਤੀ ਸਾਜ਼ ਕਹਿੰਦੇ ਹਾਂ। ਕਦੇ ਸਮਾਂ ਸੀ ਰਬਾਬ ਨਾਲ ਕੀਰਤਨ ਹੁੰਦਾ ਸੀ। ਸਾਜ਼ਾਂ ਦੀਆਂ ਵੱਖਰੀਆਂ ਵੱਖਰੀਆਂ ਗਿਣਤੀਆਂ ਨੇ, 1 ਤਾਰਾ, 2 ਤਾਰਾ। ਔਰ ਸਾਡੇ ਇਤਿਹਾਸ ਨੂੰ ਵੇਖ ਕੇ ਕਿਸੇ ਕਵੀ ਨੇ ਬੜਾ ਸੁੰਦਰ ਵੀ ਲਿਖਿਆ ਕਿ ਲੈਕਰ ਦੋ ਤਾਰਾ ਗਾਵੇ ਸੰਗਤ ਮੇਂ ਵਾਰ ਆਸਾ, ਪਕੜ ਦੋ ਧਾਰਾ ਬਾਹੀ ਛਤਰ ਸਿਰ ਆਰਾ ਹੈ। ਕਿ ਜਿਨ੍ਹਾਂ ਨੇ ਕਦੇ 2 ਤਾਰਾ ਸਾਜ਼ ਪਕੜ ਕੇ ਆਸਾ ਦੀ ਵਾਰ ਦਾ ਕੀਰਤਨ ਗਾਇਆ, ਜੇ ਲੋੜ ਪਈ ਤੇ 2 ਧਾਰਾ 18 ਸ਼ੇਰ ਦਾ ਉਹ ਖੰਡਾ ਖੜਕਾਉਣ ਵਾਸਤੇ ਵੀ ਤੁਰ ਪਏ। ਜਦੋਂ ਲੋਹਗੜ੍ਹ ਦਾ ਯੁੱਧ ਹੋਇਆ ਨਾ, ਤੇ ਉਸ ਵੇਲੇ ਮੁਗਲ ਸਖਾਂ ਚੜ੍ਹ ਕੇ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਪਿਆਰੀ ਪੁੱਤਰੀ, ਜਿਨ੍ਹਾਂ ਨੂੰ ਅਕਸਰ ਕਿਹਾ ਕਰਦੇ ਸਨ ਸੁਨ ਪੁੱਤਰੀ ਪ੍ਰਾਨਨ, ਤੇ ਪਿਆਰੀ ਬੀਬੀ ਵੀਰੋ ਦਾ ਆਨੰਦ ਕਾਰਜ ਉੱਥੇ ਉਲੀਕਿਆ ਹੋਇਆ ਸੀ। ਪਰ ਗੋਲੀਆਂ ਵਰਦੀਆਂ ਸਨ, ਤੀਰ ਤਫੰਗ ਚੱਲ ਰਹੇ ਸਨ, ਢਾਲਾਂ ਤੇ ਤਲਵਾਰਾਂ ਖੜਕ ਰਹੀਆਂ ਸਨ। ਤੇ ਸਤਿਗੁਰਾਂ ਨੇ ਉਸ ਵੇਲੇ ਵਰਦੀਆਂ ਗੋਲੀਆਂ ਦੇ ਵਿੱਚ ਡਿਊਟੀ ਲਾਈ ਆਸਾ ਦੀ ਵਾਰ ਦਾ ਕੀਰਤਨ ਕਰਨ ਵਾਲੇ ਭਾਈ ਬਾਬਕ ਦੀ, ਕਿ ਘੋੜੇ ਤੇ ਸਵਾਰ ਹੋ ਕੇ ਬੀਬੀ ਵੀਰੋ ਨੂੰ ਪਿੱਛੇ ਬਿਠਾ ਕੇ ਉਹ ਜੰਗ ਯੁੱਧ ਦੇ ਵਿੱਚੋਂ ਬੀਬੀ ਵੀਰੋ ਨੂੰ ਝਬਾਲ ਦੀ ਧਰਤੀ ਤੇ ਲੈ ਕੇ ਗਏ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਫਤਿਹ ਕੀਤਾ ਤੇ ਫਿਰ ਜਾ ਕੇ ਬੀਬੀ ਵੀਰੋ ਜੀ ਨੂੰ ਤੋਰਿਆ ਸੀ, ਵਿਦਾਇਗੀ ਦਿੱਤੀ ਸੀ। ਮੇਰੇ ਕਹਿਣ ਦਾ ਭਾਵ ਕਿ ਜਿਨ੍ਹਾਂ ਨੇ 2 ਤਾਰਾ ਸਾਜ਼ ਲੈ ਕੇ ਆਸਾ ਦੀ ਵਾਰ ਦਾ ਕੀਰਤਨ ਕੀਤਾ, ਜੇ ਲੋੜ ਪਈ ਤੇ ਉਹਨਾਂ ਹੱਥਾਂ ਵਿੱਚ ਸੰਸਾਰ ਨੇ 18 ਸ਼ੇਰ ਦੇ 2 ਧਾਰੇ ਖੰਡੇ ਵੀ ਖੜਕਦੇ ਵੇਖੇ ਨੇ। ਭਾਵ ਸਾਜ਼ ਜਿਹੜੇ ਨੇ ਉਹ ਵੱਖੋ ਵੱਖਰੇ, ਜਿਵੇਂ ਆਤਮ ਰਸ ਕੀਰਤਨ ਦਰਬਾਰ ਜਦੋਂ ਹੁੰਦਾ ਸੀ ਤੇ ਗੁਰੂ ਕੇ ਪ੍ਰਸਿੱਧ ਕੀਰਤਨੀਏ ਇੱਕੋ ਸਟੇਜ ਤੇ ਬੈਠ ਕੇ 10 ਜਾਂ 12 ਅਸੀਂ ਵੇਖਦੇ ਹਾਂ ਵੱਖਰੇ ਵੱਖਰੇ ਸਾਜ਼ ਲੈ ਕੇ ਉਹ ਵਜਾਉਂਦੇ ਸਨ। ਹੁਣ ਜੇ ਆਪਾਂ ਸਾਜ਼ਾਂ ਵੱਲ ਵੇਖਦੇ ਸਾਂ ਤੇ ਸਾਜ਼ ਵੱਖਰੇ ਵੱਖਰੇ ਸਨ, ਸਾਜ਼ਾਂ ਦੇ ਨਾਮ ਵੱਖਰੇ ਵੱਖਰੇ ਸਨ, ਪਰ ਉਹਨਾਂ 10, 15, 20 ਸਾਜ਼ਾਂ ਦੇ ਵਿੱਚੋਂ ਜਿਹੜਾ ਰਾਗ ਸੀ, ਜਿਹੜੀ ਸੁਰ ਸੀ, ਉਹ ਵੱਖਰੀ ਵੱਖਰੀ ਨਹੀਂ ਸੀ। ਇੱਕ ਸਟੇਜ ਤੇ ਬਹਿ ਕੇ 5 ਸਾਜ਼ ਹੋਣ, 10 ਸਾਜ਼ ਹੋਣ, 20 ਸਾਜ਼ ਹੋਣ, ਉਹਨਾਂ ਵਿੱਚੋਂ ਸੁਰ ਇੱਕ ਨਿਕਲੇਗੀ। ਤੇ ਬਿਲਕੁਲ ਇਹ ਅਟਲ ਸਚਾਈ ਹੈ ਕਿ 10 ਜਾਮਿਆਂ ਦੇ ਵਿੱਚ ਇੱਕੋ ਸੁਰ ਅਲਾਪ ਕੀਤੀ ਗਈ। ਉਹ ਸੁਰ ਸੀ ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਉਹ ਸੁਰ ਸੀ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਸੁਰ ਸੀ ਕਿ ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਏ, ਵੀ ਸਾਰਾ ਕੁਝ ਵਿਸਰ ਜਾਏ ਪਰ ਇੱਕ ਪਰਮਾਤਮਾ ਜਿਹੜਾ ਸਾਨੂੰ ਨਹੀਂ ਵਿਸਰਨਾ ਚਾਹੀਦਾ। ਇੱਕੋ ਸੁਰ ਤਾਲ ਦੇ ਵਿੱਚ ਮੇਰੇ ਗਰੀਬ ਨਵਾਜ਼ ਜੀ ਨੇ ਸਾਨੂੰ ਜਿਹੜਾ ਸਿਧਾਂਤ ਸੀ ਉਹ 10 ਜਾਮਿਆਂ ਦੇ ਵਿੱਚ ਦ੍ਰਿੜ ਕਰਵਾਇਆ। ਗਰੀਬ ਨਵਾਜ਼ ਜਦੋਂ ਗੁਰੂ ਨਾਨਕ ਸਾਹਿਬ ਜੀ ਪ੍ਰਚਾਰ ਕਰਦੇ ਤੇ ਸਤਿਗੁਰੂ ਜੀ ਨੇ ਆਪਣੀ ਸਰੀਰਕ ਹਯਾਤੀ ਦੇ ਵਿੱਚ ਜਿੱਥੇ ਗੁਰਬਾਣੀ ਪਾਠ, ਗੁਰਬਾਣੀ ਕੀਰਤਨ ਦੀ ਮਰਿਆਦਾ ਆਰੰਭ ਕੀਤੀ, ਕਿਉਂਕਿ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲਾ ਜਾਪ ਉਚਾਰਾ। ਜਿੱਥੇ ਬਾਣੀ ਨੂੰ ਗਾਇਆ ਜਾਂਦਾ, ਕੀਰਤਨ ਹੁੰਦਾ, ਉੱਥੇ ਗੁਰਬਾਣੀ ਦੇ ਪਾਠ ਦੀ ਮਰਿਆਦਾ ਵੀ ਸਤਿਗੁਰਾਂ ਨੇ ਆਪ ਆਰੰਭ ਕੀਤੀ। ਤੇ ਤੀਸਰਾ ਗੁਰਬਾਣੀ ਨੂੰ ਪੜ੍ਹਨ ਦਾ ਤਰੀਕਾ, ਜਿਹਨੂੰ ਆਪਾਂ ਕਥਾ ਵਿਚਾਰ ਕਹਿੰਦੇ ਹਾਂ, ਗਰੀਬ ਨਵਾਜ਼ ਜੀ ਸ਼ਬਦ ਦੀ ਵਿਚਾਰ ਆਪ ਕਰਿਆ ਕਰਦੇ ਸਨ। ਇਹੀ ਕਾਰਨ ਕਿ ਸਤਿਗੁਰੂ ਜੀ ਤੋਂ ਜਿਹੜੀ ਸ਼ਬਦ ਦੀ ਵਿਚਾਰ ਭਾਈ ਭਗੀਰਥ ਜੀ ਨੇ ਸੁਣੀ, ਜਿਹੜੀ ਵਿਚਾਰਧਾਰਾ ਭਾਈ ਮਨਸੁਖ ਜੀ ਨੇ ਸੁਣੀ, ਉਹ ਵਿਚਾਰਧਾਰਾ ਦਾ ਪ੍ਰਚਾਰ ਸੰਗਲਾਦੀਪ ਤੱਕ, ਰਾਜੇ ਸ਼ਿਵਨਾਭ ਤੱਕ ਪਹੁੰਚਿਆ। ਤੇ ਵੇਖੋ 3 ਕਰੋੜ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਸਰੀਰਕ ਹਯਾਤੀ ਵਿੱਚ ਉਪਦੇਸ਼ ਦੇ ਕੇ ਗੁਰੂ ਨਾਨਕ ਨਾਮ ਲੇਵਾ ਬਣਾਇਆ ਸੀ। ਇੱਕ ਤੋਂ ਦੂਸਰਾ, ਦੂਸਰੇ ਤੋਂ ਜਿਹੜਾ ਤੀਸਰਾ ਦੀਵਾ ਸੀ, ਇਵੇਂ ਜਗਦਾ ਸੀ, ਕਿਉਂਕਿ ਸ਼ਬਦ ਦੀ ਵਿਚਾਰ ਜਿਹੜੀ ਸੀ ਉਹ ਇੱਕ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ ਜਦੋਂ ਇਵੇਂ ਰੋਸ਼ਨ ਕਰਦੀ। ਤੇ ਅੱਜ ਵੀ ਸਤਿਗੁਰੂ ਜੀ ਨੇ ਸਾਨੂੰ ਪ੍ਰੇਰਨਾ ਕੀਤੀ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਦੋਂ ਗੁਰੂ ਦਾ ਗਿਆਨ ਸਾਡੇ ਜੀਵਨ ਵਿੱਚ ਬਲੇਗਾ ਤੇ ਅਗਿਆਨਤਾ ਦਾ ਹਨੇਰਾ ਆਪਣੇ ਆਪ ਦੂਰ ਹੋ ਜਾਣਾ ਹੈ।
ਠੇਡੇ ਉਦੋਂ ਲੱਗਦੇ ਨੇ, ਡਿੱਗਦੇ ਉਦੋਂ ਅਸੀਆਂ, ਠੋਕਰਾਂ ਉਦੋਂ ਵੱਜਦੀਆਂ ਨੇ ਜਦੋਂ ਚਾਨਣ ਛੱਡ ਕੇ ਅਸੀਂ ਹਨੇਰੇ ਵਿੱਚ ਤੁਰਨ ਦਾ ਯਤਨ ਕਰਦੇ। ਸਾਹਿਬ ਦੇ ਬਚਨ ਨੇ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਾ ਰਤਨ ਪਦਾਰਥ ਲਾਦਾ। ਗਰੀਬ ਨਵਾਜ ਜੀ ਨੇ ਆਪ ਸ਼ਬਦ ਦੀ ਵਿਚਾਰ ਵੀ ਆਰੰਭ ਕੀਤੀ। ਕਹਿੰਦੇ ਇੱਕ ਦਿਨ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇਸੇ ਤਰ੍ਹਾਂ ਸੰਗਤਾਂ ਜੁੜੀਆਂ ਸਨ। ਸਤਿਗੁਰਾਂ ਨੇ ਧਰਮਸ਼ਾਲਾ ਦੇ ਵਿੱਚ ਆਪ ਸ਼ਬਦ ਦੀ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਈ। ਤੇ ਜਦੋਂ ਸ਼ਬਦ ਦੀ ਵਿਚਾਰ ਸੁਣਨ ਵਾਸਤੇ ਸੰਗਤ ਵਿੱਚ ਦੋ ਸਕੇ ਭਰਾ ਭਾਈ ਖੇਡਾ ਤੇ ਭਾਈ ਪਿਰਥਾ ਆ ਕੇ ਬੈਠੇ, ਉਹਨਾਂ ਨੂੰ ਬੜਾ ਆਨੰਦ ਆਇਆ। ਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਦੋਵਾਂ ਨੇ ਬੇਨਤੀ ਕੀਤੀ, ਪਾਤਸ਼ਾਹ ਸੰਗਤ ਵਿੱਚ ਜਿਹੜੇ ਸਿੱਖ ਬੈਠੇ ਨੇ ਇਹ ਕਿਰਤੀ ਹੈ, ਇਹਨਾਂ ਸਾਰਿਆਂ ਨੇ ਕਰਤਾਰਪੁਰ ਸਾਹਿਬ ਤੋਂ ਆਪੋ ਆਪਣੇ ਨਗਰਾਂ ਨੂੰ, ਪਿੰਡਾਂ ਨੂੰ ਪਰਤ ਜਾਣਾ ਹੈ। ਕਿਸੇ ਨੇ ਜਾ ਕੇ ਖੇਤਾਂ ਵਿੱਚ ਹਲ ਚਲਾਉਣਾ, ਕਿਸੇ ਨੇ ਦੁਕਾਨ ਵਿੱਚ ਬੈਠਣਾ, ਕਿਸੇ ਨੇ ਵਪਾਰ ਕਰਨਾ, ਕਿਸੇ ਨੇ ਨੌਕਰੀ ਆਪਣੀ ਡਿਊਟੀ ਕਰਨੀ ਹੈ। ਕੁਝ ਐਸਾ ਨਹੀਂ ਹੋ ਸਕਦਾ ਵੀ ਅਸੀਂ ਤੁਹਾਡੇ ਤੋਂ ਦੂਰ ਨਾ ਹੋਈਏ ਤੇ ਤੁਸੀਂ ਸਾਡੇ ਤੋਂ ਦੂਰ ਨਾ ਹੋਵੋ। ਕਿ ਜਿਹੜਾ ਆਨੰਦ ਅੱਜ ਕਰਤਾਰਪੁਰ ਸਾਹਿਬ ਸੰਗਤ ਵਿੱਚ ਧਰਮਸ਼ਾਲਾ ਵਿੱਚ ਬੈਠ ਕੇ ਸ਼ਬਦ ਦੀ ਵਿਚਾਰ ਸੁਣ ਕੇ ਆਇਆ, ਵੀ ਤੁਸੀਂ ਕਰਤਾਰਪੁਰ ਸਾਹਿਬ ਹੋਵੋ ਤੇ ਅਸੀਂ ਆਪੋ ਆਪਣੇ ਪਿੰਡਾਂ ਵਿੱਚ ਹੋਈਏ, ਕੀ ਇਹ ਆਨੰਦ ਇਵੇਂ ਬਣਿਆ ਰਹਿ ਸਕਦਾ? ਤੇ ਮੇਰੇ ਸਤਿਗੁਰੂ ਜੀ ਨੇ ਕਿਹਾ ਸੀ ਇੱਕ ਸ਼ਰਤ। ਉਹ ਸ਼ਰਤ ਕਿਹੜੀ? ਵੀ ਤੁਹਾਨੂੰ ਸਰੀਰ ਨਾਲੋਂ ਸ਼ਬਦ ਨਾਲ ਜੁੜਨਾ ਪਵੇਗਾ, ਕਿਉਂਕਿ ਜਿੱਥੇ ਸਰੀਰ ਦਾ ਮਿਲਾਪ ਹੈ ਉੱਥੇ ਸਰੀਰ ਕਰਕੇ ਵਿਛੋੜਾ ਵੀ ਹੈ। ਜਿੱਥੇ ਸਰੀਰ ਕਰਕੇ ਨੇੜਤਾ ਹੈ ਉੱਥੇ ਸਰੀਰ ਕਰਕੇ ਦੂਰੀ ਵੀ ਹੈ। ਪਰ ਸ਼ਬਦ ਜਿਹੜਾ, ਸ਼ਬਦ ਕਰਕੇ ਕਦੇ ਵਿਛੋੜਾ ਨਹੀਂ ਪਵੇਗਾ, ਸ਼ਬਦ ਕਰਕੇ ਕਦੇ ਤੁਹਾਨੂੰ ਦੂਰੀ ਨਹੀਂ ਬਣੇਗੀ। ਜੇ ਸ਼ਬਦ ਨਾਲ ਜੁੜ ਜਾਓਗੇ ਤੇ ਸੱਚਮੁੱਚ ਤੁਸੀਂ ਸਾਡੇ ਤੋਂ ਦੂਰ ਨਹੀਂ ਹੋਵੋਗੇ ਤੇ ਅਸੀਂ ਤੁਹਾਡੇ ਤੋਂ ਦੂਰ ਨਹੀਂ ਹੋਵਾਂਗੇ। ਅੱਜ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਸਰੀਰਾਂ ਵਿੱਚੋਂ ਜਾਂ ਤਸਵੀਰਾਂ ਵਿੱਚੋਂ ਲੱਭਣ ਦੀ ਬਜਾਏ ਜਪਜੀ ਸਾਹਿਬ ਵਿੱਚੋਂ ਵੇਖੀਏ ਤੇ ਕਹੀਏ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਗੁਰੂ ਨਾਨਕ ਸਾਹਿਬ ਜੀ ਬਾਣੀ ਕਰਕੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਬਿਰਾਜਮਾਨ ਨੇ। ਸ਼ਬਦ ਕਰਕੇ, ਗਿਆਨ ਕਰਕੇ ਤੇ ਵੇਖਣ ਦਾ ਯਤਨ ਕਰੀਏ। ਮੇਰੇ ਸਤਿਗੁਰੂ ਜੀ ਨੇ ਜੋ ਉਪਦੇਸ਼ ਉਹਨਾਂ ਸਿੱਖਾਂ ਨੂੰ ਬਖਸ਼ਿਸ਼ ਕੀਤਾ, ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਇਹ ਗੱਲਬਾਤ ਉਹਨਾਂ ਅੰਕਿਤ ਕੀਤੀ ਹੈ। ਉਹ ਲਿਖਦੇ ਨੇ, ਇੱਕ ਦਿਨ ਸੰਗਤ ਕੀਰ ਮਝਾਰੇ, ਬੈਠੇ ਸ਼੍ਰੀ ਪ੍ਰਭ ਸ਼ਬਦ ਵਿਚਾਰੇ, ਖੇਡਾ ਪਿਰਥਾ ਦਰਸ਼ਨ ਆਸੂ, ਚੱਲ ਆਏ ਸ਼੍ਰੀ ਨਾਨਕ ਪਾਸੂ। ਕਹਿੰਦੇ ਇੱਕ ਦਿਨ ਸ਼ਬਦ ਦੀ ਵਿਚਾਰ ਜਦੋਂ ਗੁਰੂ ਨਾਨਕ ਸਾਹਿਬ ਕਰ ਰਹੇ ਸਨ ਤੇ ਭਾਈ ਖੇਡਾ ਜੀ ਤੇ ਭਾਈ ਪਿਰਥਾ ਜੀ ਉਹਨਾਂ ਨੇ ਆਣ ਕੇ ਬੇਨਤੀ ਕੀਤੀ, ਗਰੀਬ ਨਵਾਜ ਅਸੀਂ ਤੁਹਾਡਾ ਦਰਸ਼ਨ ਕੀਤਾ, ਕਿਰਪਾ ਕਰੋ। ਤੇ ਇਹ ਸੁਣ ਕੇ ਸ਼੍ਰੀ ਪ੍ਰਭ ਬੋਲੇ, ਹਮ ਪੱਗ ਤੈਵਾਂ। ਸਭ ਤੋਂ ਪਹਿਲਾਂ ਕਿਹਾ, ਕਹਿਣ ਲੱਗੇ ਸਾਡੇ ਚਰਨ ਲੱਭਦੇ ਹੋ ਨਾ। ਪੱਗ ਦਾ ਮਤਲਬ ਹੁੰਦਾ ਚਰਨ। ਵੈਸੇ ਗੁਰਬਾਣੀ ਵਿੱਚ ਜਦੋਂ ਇਹਨੂੰ ਭਾਰਾ ਕਰਕੇ ਪੜਾਂਗੇ ਕਿ ਫਰੀਦਾ ਮੈਂ ਭੁਲਾਵਾ ਪੱਗ ਦਾ, ਪੱਗ ਦਾ ਮਤਲਬ ਹੈ ਜਿਹੜੇ ਸਿਰ ਤੇ ਆਪਾਂ ਦਸਤਾਰ ਸਜਾਉਂਦੇ ਹਾਂ। ਤੇ ਜਦੋਂ ਇਹਨੂੰ ਅਦਕ ਤੋਂ ਬਿਨਾਂ ਪੜਾਂਗੇ ਪੱਗ, ਤੇ ਪੱਗ ਦਾ ਅਰਥ ਹੁੰਦਾ ਪੈਰ। ਜਿਵੇਂ ਸਿਰ ਕੰਪਿਓ ਪੱਗ ਡਗ ਮਗੇ, ਨੈਣ ਜੋਤ ਤੇ ਹੀਨ। ਹੁਣ ਇਸੇ ਕਰਕੇ ਗੁਰਬਾਣੀ ਬੜਾ ਧਿਆਨ ਮੰਗਦੀ ਹੈ, ਜਥਾ ਪ੍ਰਕਰਨ ਤਥਾ ਅਰਥ। ਪ੍ਰਕਰਨ ਦੇ ਮੁਤਾਬਕ ਅਰਥ, ਪ੍ਰਕਰਨ ਦੇ ਮੁਤਾਬਕ ਜਿਹੜਾ ਹੈ ਉਹ ਉਚਾਰਨ ਹੋਣਾ। ਜਿਵੇਂ ਸ਼ਬਦ ਹੈ ਵਾਵਾ ਤੇ ਲੱਲਾ ਵੱਲ, ਤੇ ਜਦੋਂ ਪੜਾਂਗੇ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਸ਼ੰਦਾ। ਤੇ ਜਦੋਂ ਆਪਾਂ ਕਵਾਂਗੇ ਵੀ ਤੈਨੂੰ ਇਸ ਕੰਮ ਦਾ ਵੱਲ ਹੈ, ਤੇ ਉੱਥੇ ਵੱਲ ਦਾ ਅਰਥ ਹੋਵੇਗਾ ਵੀ ਤੈਨੂੰ ਤਰੀਕਾ ਹੈ। ਜਦੋਂ ਇਹੀਓ ਸ਼ਬਦ ਵੀ ਵੱਲ ਛਲ ਕਰ ਝੱਟ ਕੱਢ ਦੇ, ਉੱਥੇ ਵੱਲ ਛਲ ਦਾ ਅਰਥ ਹੁੰਦਾ ਵਿੰਗਾਪਨ, ਟੇਢਾਪਨ, ਅੰਦਰ ਦਾ ਕਪਟ। ਪ੍ਰਕਰਨ ਮੁਤਾਬਕ ਉਚਾਰਨ ਹੋਣਾ, ਪ੍ਰਕਰਨ ਮੁਤਾਬਕ ਅਰਥ ਹੋਣੇ ਨੇ। ਗਰੀਬ ਨਵਾਜ ਜੀ ਉਹਨਾਂ ਨੂੰ ਉਪਦੇਸ਼ ਦੇਣ ਲੱਗਿਆਂ ਕਹਿਣ ਲੱਗੇ, ਜੇ ਸਾਡੇ ਚਰਨ ਲੱਭਣੇ ਨੇ ਨਾ, ਤੇ ਚਰਨ ਕੇਵਲ ਸਰੀਰ ਨਾਲ ਜੁੜੇ ਹੋਏ ਹੱਡ ਮਾਸ ਦੇ ਪੈਰ ਨਹੀਂ। ਸ਼੍ਰੀ ਪ੍ਰਭ ਬੋਲੇ ਹਮ ਪੱਗ ਤੈਵਾਂ, ਸਦਾ ਬਸੈ ਸਤ ਸੰਗਤ ਜੈਵਾਂ। ਜਿੱਥੇ ਸੰਗਤ ਜੁੜਦੀ ਹੈ ਸਾਡੇ ਚਰਨ ਉੱਥੇ ਨੇ। ਤੇ ਅੱਜ ਵੀ ਸਾਡਾ ਸਭ ਤੋਂ ਵੱਡਾ ਮਸਲਾ ਇਹੀ ਹੈ
कि आपां कहांगे गुरु के चरण, परमात्मा दे चरण, ते वो चरण किहड़े ने? ते बहुती वार तां लोकी शरीरां नाल जुड़े हुए पैरां नूं चरण मन्नी बैठे ने। ते जे किसे नूं सोझी आ भी गई तो वह फिर की करेगा भी जिस मंजी साहब ते गुरु ग्रंथ साहब जी विराजमान ने, उस मंजी साहब के पावियां नूं कई पैर मन्नी जाते। इत्थे तक कि जिस रखड़ी तो सतगुरां सानू वरजिया सी, राखा एक हमारा स्वामी। वैसे असी अज बिल्कुल चंगी तरह समझते हैं भी किहड़ी गल पुरातन है तो किहड़ी नवीन है। तो तस्वीरां विच जिहड़ी रखड़ी बेबे नानकी वल्लों गुरु नानक साहब के हाथ ते बन्नी हुई दिखाई जाती है ना, ये रखड़ी उदों नहीं सी हुंदी। ये रखड़ी इस वर्तमान समय की वो आपे ही फड़े जाते हैं भी उन्होंने गलत मैसेज कन्वे किया है। क्योंकि गुरु घर दे विच राखा एक हमारा स्वामी का सिद्धांत है। तो कई रखड़ियां निशान साहब नूं बन्नणगे, मंजी साहब दे, पीढ़ा साहब दे पावियां नूं आण के बन्नणगे। वो यही समझी जाते हैं भी शायद मंजी साहब दे पावे जिहड़े ने ये गुरु दे चरण ने। जदों आपां कहने गुर के चरण जी का निस्तारा, जां हर हर चरण हृदय उर धारे। हुण चरण शब्द जिहड़ा है ना, इहदा अखरी अर्थ केवल पैर नहीं है। जिवें किसी पुस्तक दे विच असीं पंजाबी विच तूतां वाला खूह पढ़दे सां ते उहदे जिहड़े वखरे वखरे अध्याय सन, उन्हां नूं वखरे वखरे कांड ते उन्हां दे वखरे वखरे जिहड़े कांड सन, उन्हां दे विच पहला चरण, दूजा चरण, जिवें वखरे वखरे पैरे असीं पढ़दे सां ते उन्हां नूं चरण किहा जांदा सी। हुण एक किताब दे विच कोई लेख होवे ते उत्थे चरण दा मतलब हुंदा है भी उहदा एक पैरा, उहदा एक हिस्सा। इस तरह विधान सभा जां लोक सभा दे विच जदों इस इजलास चलदे ने तो कई बार असीं खबरां विच सुणदे हां कि अज विधान सभा दे, लोक सभा दे पहले चरण विच आ मते पास कीते गए। हुण विधान सभा जां लोक सभा कोई शरीर नहीं है। जे आपां कहीए भी चरण शरीर नाल जुड़े पैर ही हुंदे ने। हुण विधान सभा ते लोक सभा दे चरण दा मतलब है पहला सैशन, दूजा सैशन। उत्थे सैशन नूं जिहड़ा चरण शब्द जिहड़ा उत्थे वरतिया गया है। ते जदों असीं गुरबाणी विचों पढ़ांगे कि गुरु दे चरण किहड़े ने, हिरदै चरण शब्द सतगुर को नानक बांधियो पाल। जे असी चरण गुरु दे हिरदे विच वसाउणे ने ते शब्द नूं हिरदे विच वसाउणा ही गुरु दे चरनां नूं हिरदे विच वसाउणा है। हिरदै चरण शब्द सतगुर को नानक बांधियो पाल। ते जे साडा चित करे भी आपां गुरु दी मूरत दा ध्यान धरना ते आपां भाई गुरदास जी नूं पुछ लईए भी गुरु दी मूरत किहड़ी है। ते भाई गुरदास जी उत्तर देणगे, गुर मूरत गुर शब्द है, साध संगत विच प्रगटी आया। सचमुच जिहड़ी एको ओंकार तो लैके गुर प्रसाद तक मेरे गुरु नानक साहब ने परमात्मा की तस्वीर बनाई है ना, वो अज तक कदे कोई बना ही नहीं सकिया। परमात्मा एक है, वो सारे संसार विच व्यापक है। उन्होंने किसी का डर नहीं, उहदा किसी नाल वैर नहीं। गुणा वाली तस्वीर बनाई। साहब कहते आ तस्वीर जिहड़ी मूल मंत्र है ना, इनू अपने हिरदे विच वसाओ। इहो जी तस्वीर अज तक ना किसी ने बनाई ते ना कोई बना सकेगा, क्योंकि परमात्मा दे चरण चित चरण नाम हिरदे विच नाम नू वसाउणा परमात्मा दे चरण ने। ते गुरु दे चरण ने गुरु दा उपदेश, गुरु दी सिक्ख्या, गुरु की बाणी ये हिरदे विच वसा लईए। गुरु दे चरण हिरदे विच वसाउणे ने। जदों कवि संतोख सिंह जी ने उस गलबात का जिक्र किया, एक दिन संगत कीर मझारा, बैठे श्री प्रभ शब्द विचारा, खेडा पिरथा दर्शन आसू, चल आए श्री नानक पासू, श्री प्रभ बोले हम पग तैवां। सतगुरु कहन लगे साडे पग साडे चरण उथे ने, सदा बसै सत संगत जैवां। जिथे गुरु की संगत जुड़दी है। ते अगला उपदेश बख्शिश कीता सी, धर्म किरत कर वंड जे खाओ, चरण शरण इउं नित जे कमाओ। भी साडे चरण केवल शरीर नाल जुड़े पैर नहीं, साडे चरण केवल करतारपुर साहब तक सीमित नहीं। जदों तुसी धर्म की किरत करके वंड के छकोगे, ते जिथे भी तुसी धर्म की किरत करके वंड के छकोगे, ये साडी चरण शरण है। सतगुरां ने इशारा किया, कहन लगे श्री प्रभ बोले हम पग तैवां, सदा बसै सत संगत जैवां।
ਧਰਮ ਕਿਰਤ ਕਰ ਵੰਡ ਜੇ ਖਾਓ, ਚਰਨ ਸ਼ਰਨ ਇਉ ਨਿਤ ਜੇ ਕਮਾਓ। ਮਿਲੇ ਸ਼ਰੀਰ ਬਿਸ਼ਰ ਸੇ ਜਾਵੈ, ਸ਼ਬਦ ਮਿਲੇ ਨਾ ਬਿਸ਼ਰਨ ਪਾਵੈ। ਜਿਹੜੇ ਸ਼ਰੀਰਾਂ ਨਾਲ ਜੁੜਨਗੇ, ਸ਼ਰੀਰਾਂ ਦਾ ਜਿੱਥੇ ਮਿਲਾਪ ਹੈ ਉੱਥੇ ਇੱਕ ਦਿਨ ਵਿਛੋੜਾ ਪੈਣਾ। ਤੇ ਜੇ ਸ਼ਬਦ ਨਾਲ ਜੁੜ ਜਾਓਗੇ ਤੇ ਫਿਰ ਹਿਰਦੇ ਵਿੱਚੋਂ ਆਵਾਜ਼ ਆਵੇਗੀ, ਸਤਿਗੁਰ ਮੇਰਾ ਸਦਾ ਸਦਾ, ਸਤਿਗੁਰ ਮੇਰਾ ਸਦਾ ਸਦਾ। ਨਾ ਆਵੈ ਨਾ ਜਾਏ, ਨਾ ਆਵੈ ਨਾ ਜਾਏ। ਉਹ ਅਬਨਾਸੀ ਪੁਰਖ ਹੈ, ਉਹ ਅਬਨਾਸੀ ਪੁਰਖ ਹੈ। ਸਭ ਮੈਂ ਰਹਿਆ ਸਮਾਏ, ਸਭ ਮੈਂ ਰਹਿਆ ਸਮਾਏ। ਸਭ ਕਹਿਣ ਲੱਗੇ ਮੇਰਾ ਸਤਿਗੁਰੂ ਸਦਾ ਸਦਾ ਹੈ। ਉਹ ਨਾ ਆਉਂਦਾ ਤੇ ਨਾ ਜਾਂਦਾ, ਤੇ ਸੱਚੀ ਮੁੱਚੀ ਉਹ ਸ਼ਬਦ ਰੂਪ ਵਿੱਚ, ਗਿਆਨ ਰੂਪ ਵਿੱਚ ਹੀ ਐਸਾ ਸਤਿਗੁਰੂ ਜਿਹੜਾ ਉਹ ਸਾਡੀ ਅਗਵਾਈ ਕਰ ਸਕਦਾ। ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਮਾਂ ਆਇਆ, ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ। ਤੇ ਗੁਰਤਾ ਗੱਦੀ ਬਖਸ਼ਿਸ਼ ਕਰਨ ਲੱਗਿਆਂ ਸਭ ਤੋਂ ਵੱਡੀ ਦਾਤ, ਸਭ ਤੋਂ ਵੱਡਾ ਜਿਹੜਾ ਖਜ਼ਾਨਾ ਸੀ ਨਾ, ਉਹ ਗੁਰਬਾਣੀ ਦੀਆਂ ਪੋਥੀਆਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਗੁਰੂ ਅੰਗਦ ਦੇਵ ਜੀ ਨੂੰ ਬਖਸ਼ਿਸ਼ ਕੀਤੀਆਂ ਗਈਆਂ। ਪੁਰਾਤਨ ਜਨਮ ਸਾਖੀ ਵਿੱਚ ਜ਼ਿਕਰ ਹੈ, ਤਿਤ ਮਹਿਲ ਸ਼ਬਦ ਜੋ ਹੋਆ, ਸੋ ਪੋਥੀ ਜ਼ਬਾਨ ਗੁਰ ਅੰਗਦ ਜੋਗ ਮਿਲੀ। ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਬਾਣੀ, ਉਹਨਾਂ ਨੇ ਜਿਹੜੀ ਭਗਤ ਬਾਣੀ ਇਕੱਤਰ ਕੀਤੀ, ਸਮੁੱਚਾ ਖਜ਼ਾਨਾ ਗੁਰੂ ਅੰਗਦ ਦੇਵ ਜੀ ਦੀ ਝੋਲੀ ਵਿੱਚ ਪਾਇਆ ਤੇ ਕਿਹਾ, ਪੁਰਖਾ ਸਭ ਤੋਂ ਵੱਡੀ ਜ਼ਿੰਮੇਵਾਰੀ ਗੁਰਬਾਣੀ ਦਾ ਸਤਿਕਾਰ, ਗੁਰਬਾਣੀ ਨਾਲ ਪਿਆਰ ਤੇ ਗੁਰਬਾਣੀ ਦਾ ਪ੍ਰਚਾਰ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਕੀ ਬਾਣੀ ਨੂੰ ਪੜ੍ਹਿਆ, ਸੁਣਿਆ, ਲਿਵ ਜੋੜੀ, ਪ੍ਰਚਾਰ ਕੀਤਾ ਤੇ ਨਾਲੇ ਉਹਨਾਂ ਦੇ ਹਿਰਦੇ ਵਿੱਚੋਂ 63 ਸ਼ਲੋਕ ਉਚਾਰਨ ਹੋਏ। ਉਹਨਾਂ 63 ਸ਼ਲੋਕਾਂ ਵਿੱਚੋਂ ਇੱਕ ਸ਼ਲੋਕ ਗੁਰਬਾਣੀ ਦੀ ਮਹਿਮਾ ਦੇ ਪਰਥਾਏ ਵੀ ਉਹਨਾਂ ਨੇ ਉਚਾਰਨ ਕੀਤਾ। ਤੇ ਜਿਹਦੀ ਉਥਾਨਕ ਹੈ ਕਿ ਜਦੋਂ ਜੋਗੀ ਲੋਕ ਪਹਾੜਾਂ ਤੋਂ ਉਤਰ ਕੇ ਖਡੂਰ ਸਾਹਿਬ ਦੀ ਧਰਤੀ ਦੇ ਆਸ-ਪਾਸ ਮੈਦਾਨੀ ਇਲਾਕੇ ਵਿੱਚ ਵਿਚਰ ਰਹੇ ਸਨ, ਉਹਨਾਂ ਦੇ ਮਨ ਵਿੱਚ ਆਇਆ ਵੀ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦੇ ਅੱਗੇ ਸਾਰਾ ਸੰਸਾਰ ਝੁਕਿਆ, ਕਿਉਂਕਿ ਗੜ ਬਗਦਾਦ ਨਵਾਏ ਕੈ, ਮੱਕਾ ਮਦੀਨਾ ਸਭੇ ਨਵਾਇਆ। ਜੋਗੀ ਵੀ ਗੁਰੂ ਨਾਨਕ ਸਾਹਿਬ ਅੱਗੇ ਝੁਕ ਗਏ। ਉਹਨਾਂ ਸੋਚਿਆ ਵੀ ਗੁਰੂ ਨਾਨਕ ਸਾਹਿਬ ਜੀ ਸੁਣਿਆ ਵੀ ਗੁਰੂ ਅੰਗਦ ਦੇਵ ਜੀ ਦੇ ਅੱਗੇ ਝੁਕੇ ਆ, ਤੇ ਚਲੋ ਦਰਸ਼ਨ ਕਰ ਚਲੀਏ ਤੇ ਉਹਨਾਂ ਨੂੰ ਜਾ ਕੇ ਕੋਈ ਪ੍ਰਸ਼ਨ ਕਰਾਂਗੇ, ਵੇਖਾਂਗੇ ਵੀ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਸ਼ਨ ਕਰਦੇ ਸਾਂ ਤੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਉੱਤਰ ਦਿੰਦੇ ਸਨ, ਐਵੇਂ ਗੁਰੂ ਅੰਗਦ ਦੇਵ ਜੀ ਉੱਤਰ ਦੇਣਗੇ। ਸੱਚਮੁੱਚ ਉਹ ਵੇਖ ਕੇ ਹੈਰਾਨ ਰਹਿ ਗਏ ਜਦੋਂ ਉਹਨਾਂ ਨੇ ਪ੍ਰਸ਼ਨ ਕੀਤਾ। ਪ੍ਰਸ਼ਨ ਬੜਾ ਕਮਾਲ ਦਾ ਸੀ। ਉਹ ਪ੍ਰਸ਼ਨ ਸੀ, ਕਹਿਣ ਲੱਗੇ, ਹੇ ਗੁਰੂ ਅੰਗਦ ਦੇਵ ਜੀ, ਵੀ ਜਦੋਂ ਸੰਸਾਰ ਦੇ ਵਿੱਚ ਧਰਮ ਗੁਰੂ, ਧਰਮ ਅਸਥਾਨ, ਧਰਮ ਗ੍ਰੰਥ ਪਹਿਲਾਂ ਵੀ ਸਨ, ਫਿਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਤੁਸੀਂ ਗੁਰੂ ਕੀ ਬਾਣੀ ਦੇ ਲੜ ਕਿਉਂ ਲੱਗੇ ਹੋ? ਤੇ ਮੇਰੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਿਨਾਂ ਕਿਸੇ ਝਿਜਕ ਦੇ ਉਹਨਾਂ ਨੂੰ ਉੱਤਰ ਦਿੱਤਾ। ਕਹਿੰਦੇ, ਆਓ ਪਿਆਰ ਸਹਿਤ ਆਪਾਂ ਮਿਲ ਬੈਠੀਏ ਤੇ ਆਪਾਂ ਉਹਨਾਂ ਧਾਰਮਿਕ ਗ੍ਰੰਥਾਂ ਵਿੱਚ ਜੋ ਲਿਖਿਆ ਉਹਦੀ ਵਿਚਾਰ ਕਰ ਲਈਏ ਤੇ ਗੁਰੂ ਕੀ ਬਾਣੀ ਦੀ ਵਿਚਾਰ ਕਰ ਲਈਏ, ਤੁਸੀਂ ਆਪੇ ਹੀ ਸਮਝ ਜਾਣਾ। ਸਾਹਿਬ ਕਹਿਣ ਲੱਗੇ, ਜਿਨ੍ਹਾਂ ਧਾਰਮਿਕ ਗ੍ਰੰਥਾਂ ਦੀ ਤੁਸੀਂ ਗੱਲ ਕਰਦੇ ਹੋ ਨਾ, ਉਹਨਾਂ ਵਿੱਚ ਕੁਝ ਸ਼ਲੋਕ ਐਸੇ ਨੇ ਜਿਨ੍ਹਾਂ ਵਿੱਚ ਇਹ ਲਿਖਿਆ ਵੀ ਕਰਮ ਕਾਂਡ ਕਿਹੜੇ ਕਿਹੜੇ ਨੇ, ਤੇ ਕੁਝ ਸ਼ਲੋਕ ਐਸੇ ਨੇ ਜਿਹੜੇ ਇਹ ਦੱਸਦੇ ਨੇ ਵੀ ਕਰਮ ਕਾਂਡ ਕਿਵੇਂ ਕਰਨੇ ਨੇ। ਹੁਣ ਤੁਸੀਂ ਆਪ ਦੱਸੋ ਵੀ ਉੱਥੇ ਪਰਮਾਤਮਾ ਦੇ ਮਿਲਾਪ ਦੀ ਗੱਲ ਹੈ। ਜੋਗੀਆਂ ਨੂੰ ਕਿਹਾ ਵੀ ਤੁਹਾਡੇ ਵਰਗੇ ਜਿਹੜੇ ਆਸਣ ਨੇ ਜਾਂ ਯੋਗ ਦਾ ਜਿਹੜਾ ਉਪਦੇਸ਼ ਹੈ ਉਹ ਤੁਹਾਡੇ ਮੁਤਾਬਕ ਇਹੀ ਹੈ ਨਾ ਵੀ ਜੇ ਆਸਣ ਕਰੋਗੇ, ਐਕਸਰਸਾਈਜ਼ ਕਰੋਗੇ, ਪ੍ਰਾਣਾਯਾਮ ਕਰਕੇ ਸਵਾਸਾਂ ਦੀ ਗਤੀ ਨੂੰ ਮੱਧਮ ਕਰੋਗੇ ਤੇ ਉਮਰ ਦੇ ਸਾਲ ਵੱਧ ਜਾਣਗੇ।
फिर आपां मरांगे, फिर जन्म मिलेगा। परमात्मा दे मिलाप दी ते गल है ही नहीं। जिहड़ी पंजवें जामे वे जाके भी बचन कहे ने ना, जोग सिद्ध आसन 84 ये भी कर रहिया, वड्डी आरजा फिर जन्मै हर स्यों संग न गहिया। जिहड़े तीजे जामे वे जाके बचन कहे ने कि सिमरत शास्त्र पुन पाप विचार दे ततै सार न जानी। दूजे जामे विच धन गुरु अंगद देव महाराज ने बचन कहे, कहन लगे तुसीं कहिंदे हो भी धार्मिक ग्रंथ पहलां भी सी, वो छड्ड के तुसीं गुरु की बाणी नाल क्यों जुड़े, ਉਹਦੇ ਵਿੱਚ अंतर की है। तो मेरे गुरु अंगद देव महाराज जी ने दसिया, कहन लगे जिन्ना धार्मिक ग्रंथां की तुसीं गल करदे हो ਉਹਨੂੰ पढ़ के वेख लो। ਉਹਦੇ ਵਿੱਚ लिखिया भी जे पाप करोगे तो नरक मिलणगे, जे पुण्य करोगे तो स्वर्ग मिलणगे। कहंदे परमात्मा दे मिलण दी ते गल है ही नहीं भी बंदा पाप करेगा तो नरकां विच डिगेगा, पुण्य करेगा तो स्वर्गां विच जावेगा। ये दोवें कैद ही है, ये मंजिल नहीं है। फर्क है भी एक लोहे दीयां जंजीरां विच जकड़िया पिया, एक सोने दीयां जंजीरां विच है, दोवें ही प्रकार दी कैद। क्योंकि जिहड़े प्रभु प्यारे ने वो इन्हां दोवां नूं रद्द करदे ने। कवन नरक क्या सुरग विचारा, संतन दो राधे, हम काहू की कान न कढ़ते अपने गुर प्रसादे। कहन लगे उन्होंने नरक भी रद्द कर दिते, स्वर्ग की लालसा भी रद्द कर दी। गुरु की बाणी दी बचन ने सुरग बास ना बासीऐ, डरिया ना नरक निवास, होना है सो होई है, मनै न कीजै आस, रमैया गुण गाइए जानते पाइए परम निधान। सब कहन लगे तुसीं आप ही दसो, उन्हां ग्रंथां विच लिखिया जे पाप करोगे तो नरक मिलेगा, पुण्य करोगे तो स्वर्ग मिलेगा। इस वार किसी नूं कुछ दिता तो अगे लैना पवेगा, इस वार किसी तो कुछ लिया तो अगे देना पवेगा। यही घूमण घेरी है ना, ਇਹਦੇ ਵਿੱਚ ਤੱਤ ਦੀ ਤੇ ਗੱਲ है ही नहीं। ਹੁਣ ਤੱਤ ਆਪਾਂ ਸਮਝਦੇ ਹਾਂ ਨਾ ਵੀ ਪਰਾਲੀ ਦੀਆਂ ਪੰਡਾਂ ਬੰਨੀਆਂ ਹੋਣ ਤੇ ਉਹਦੇ ਵਿੱਚ ਦਾਣੇ ਹੀ ਨਾ ਹੋਣ, ਤੇ ਸਾਹਿਬ ਕਹਿੰਦੇ ਨੇ ਪਰਾਲੀ ਨੂੰ ਗਾਉਣ ਦਾ ਫਾਇਦਾ ਕੀ ਹੈ। ਜੇ ਕਣਕ ਦੇ ਦਾਣੇ ਹੋਣ ਹੀ ਨਾ ਤੇ ਕਣਕ ਦਾ ਜਿਹੜਾ ਨਾੜ ਹੈ ਉਹਦੇ ਤੇ ਕੋਈ ਬੰਦਾ ਗਾਹ ਪਾਈ ਜਾਵੇ, ਬਦਤ ਤਰਲੋਚਨ ਸੁਨਰੇ ਪ੍ਰਾਣੀ, ਤਤ ਬਿਨ ਗਾਹ ਕੇ ਪਾਈ, ਕਣ ਬਿਨ ਗਾਹ ਕੇ ਪਾਈ। ਕਹਿਣ ਲੱਗੇ जे काणी नहीं है, ताती नहीं है, तो फिर गाह पाउण दा की फायदा है। भाव पंडित दई वलोईया भाई, विचों निकलै तथ, जल मथिया जल देखिया भाई, ये जग इहा वथ। पानी नूं रिड़कांगे तो मक्खण रूपी तत्त नहीं मिलना, जे दुध नूं जाग ला के दही जमावांगे फिर रिड़कांगे तो उहदे विचों तत्त रूपी मक्खण मिलेगा। तो जे कोई कहे भी जिहड़ा पानी नूं रिड़क रिहा काम तां वो भी कर रिहा, पर पानी नूं रिड़की चलो, पानी विचों मक्खण नहीं जे निकलदा। सब कहंदे जे परमात्मा दी प्राप्ति दा ताती नहीं हथ लगा तो फिर लाभ की है। दो प्रकार दीयां बिरतियां विच जिहड़े गुरमुख विद्वान ने वो जदों निर्णा दिंदे ना तो साडे घरां दीयां उन्हां उदाहरणां दित्तियां। कहण लगे बिरती जिहड़ी आ दो तरह दी है, एक तत्त की प्राप्ति वाली तो एक फोकट की प्राप्ति वाली। तो उन्हां उदाहरणां दित्तियां ने छज ते छाननी दियां। साडे घरां विच छज भी है तो छाननी भी है। असीं वेखदे हां जदों मातावां भैणां छज विच दाणे पा के उहनूं हलूणा दिंदियां ने, पीण करदियां ने, ते जिहड़ा फोकट हुंदा है ना वो छज बाहर कढ दिंदा है ते तत्त रूपी दाणे अपने विच संभाल लैंदा है। ते जिहड़ी छाननी है ਉਹਦੇ ਵਿੱਚ ਆਟਾ ਪਾ ਕੇ ਉਹਨੂੰ ਹਲੂਣਾ ਦਿਓ ਤੇ ਉਹ ਤੱਤ ਰੂਪੀ ਆਟਾ ਥੱਲੇ ਕੱਢ ਦਿੰਦੀ ਆ ਤੇ ਸੂੜਾ ਆਪਣੇ ਵਿੱਚ ਰੱਖ ਲੈਂਦੀ ਹੈ। ਹੁਣ ਬਹੁਤੇ ਲੋਕ ਫੋਕਟ ਨਾਲ ਜੁੜ ਗਏ ਨੇ। ਸੰਤੋ ਮਾਖਨ ਖਾਇਆ ਛਾਛ ਪੀਐ ਸੰਸਾਰ। ਸਭ ਕਹਿੰਦੇ ਫੋਕਟ ਨਾਲ ਜੁੜਨ ਦਾ ਕੀ ਫਾਇਦਾ, ਤੱਤ ਨਾਲ ਜੁੜਨਾ। ਇਸ ਕਰਕੇ ਸਾਰੇ ਧਾਰਮਿਕ ਗ੍ਰੰਥ ਛੱਡ ਕੇ ਅਸੀਂ ਗੁਰੂ ਕੀ ਬਾਣੀ ਨਾਲ ਜੁੜੇ ਹਾਂ, ਕਿਉਂਕਿ ਗੁਰੂ ਕੀ ਬਾਣੀ ਤੱਤ ਦੀ ਗੱਲ ਕਰਦੀ ਹੈ। ये गुरु अंगद देव जी के बचन ने। श्लोक महला दूजा, कथा कहानी बेदी आनी, पाप पुन विचार, दे दे लैना लै लै देना, नरक सुरग अवतार। यही है ना उन्होंने धार्मिक ग्रंथों की विचारधारा भी बस लैना देना, देना लैना, नरक सुरग पाप पुन, तत्त तो है ही नहीं। अगे तीजी पंक्ति गुरु अंगद देव जी की इस श्लोक विच,
ਪਹਿਲੀਆਂ ਦੋ ਪੰਕਤੀਆਂ ਉਹਨਾਂ ਪੁਰਾਤਨ ਗ੍ਰੰਥਾਂ ਵਾਸਤੇ ਕਿ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ। ਤੇ ਅਗਲੀ ਪੰਕਤੀ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ। ਜੋਗੀ ਹੈਰਾਨ ਹੋ ਗਏ, ਕਹਿਣ ਲੱਗੇ ਕੋਈ ਫਰਕ ਨਹੀਂ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਜੀ ਵਿੱਚ, ਸਿਰਫ ਇੱਕ ਕਾਇਆ ਹੀ ਬਦਲੀ ਹੈ, ਕੇਵਲ ਰੂਪ ਹੀ ਬਦਲਿਆ, ਅੰਦਰ ਦਾ ਸਿਧਾਂਤ ਉਹੀ ਹੈ। ਮੇਰੇ ਸਾਹਿਬ ਜੀ ਨੇ ਪੂਰੀ ਦ੍ਰਿੜਤਾ ਨਾਲ ਕਿਹਾ, ਕਹਿਣ ਲੱਗੇ ਅੰਮ੍ਰਿਤ ਬਾਣੀ ਜਿਹੜੀ ਗੁਰੂ ਕੀ ਬਾਣੀ ਹੈ ਉਹ ਸਾਨੂੰ ਆਤਮਿਕ ਜੀਵਨ ਦਿੰਦੀ ਹੈ। ਤੇ ਅੱਜ ਵੀ ਜੇ ਕਿਤੇ ਸਿੱਖ ਸਮਝ ਲੈਣ ਵੀ ਗੁਰਬਾਣੀ ਜਿੱਥੇ ਸਿਮਰਨ ਹੈ ਉੱਥੇ ਵੇ ਆਫ ਲਾਈਫ ਜੀਵਨ ਜਾਚ ਹੈ, ਗੁਰਬਾਣੀ ਸਾਨੂੰ ਆਤਮਿਕ ਜੀਵਨ ਦਿੰਦੀ ਹੈ। ਤੇ ਜਦੋਂ ਅਸੀਂ ਗੁਰੂ ਕੀ ਬਾਣੀ ਨਾਲ ਜੁੜ ਕੇ ਜੀਵਨ ਜਿਉਣ ਦਾ ਢੰਗ ਤਰੀਕਾ ਸਿੱਖਾਂਗੇ ਤੇ ਸੱਚਮੁੱਚ ਕੋਈ ਸਿੱਖ ਜਿਹੜਾ ਉਹ ਗੁਰਬਾਣੀ ਤੋਂ ਦੂਰ ਜਾ ਕੇ ਔਜੜੇ ਨਹੀਂ ਪਵੇਗਾ। ਤੇ ਜਦੋਂ ਅਸੀਂ ਗੁਰੂ ਕੀ ਬਾਣੀ ਨੂੰ ਜੀਵਨ ਜਾਚ ਨਹੀਂ ਮੰਨਿਆ, ਨਾ ਸਮਝਿਆ, ਕਿਉਂਕਿ ਮੇਰੇ ਗੁਰੂ ਅੰਗਦ ਦੇਵ ਜੀ ਨੇ ਬਚਨ ਕਹੇ ਅੰਮ੍ਰਿਤ ਬਾਣੀ ਇਹ ਆਤਮਿਕ ਜੀਵਨ ਦੇਣ ਵਾਲੀ ਬਾਣੀ ਹੈ। ਤੇ ਦੂਸਰੀ ਗੱਲ ਤਤ ਵਖਾਣੀ, ਇਹਨੇ ਤਤ ਦੀ ਵਿਆਖਿਆ ਕੀਤੀ। ਤਤ ਕੀ ਹੈ? ਆਪਣੇ ਆਪ ਨੂੰ ਮਨਫੀ ਕਰਕੇ ਆਖਿਆ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਆ ਜੇ ਤਤ ਸਾਹਿਬ ਕਹਿੰਦੇ ਮੈਨੂੰ ਭਾਵੇਂ ਤੁਸੀਂ ਭੂਤਨਾ ਕਹਿ ਲਵੋ, ਕੁਰਾਈਆ ਕਹਿ ਲਵੋ, ਬਿਤਾਲਾ ਕਹਿ ਲਵੋ, ਸ਼ਾਇਰ ਕਹਿ ਲਵੋ, ਕੁਝ ਕਹਿ ਲਵੋ, ਚੱਲੇਗਾ। ਔਰ ਮੇਰੇ ਸਤਿਗੁਰੂ ਜੀ ਕਦੇ ਕਿਸੇ ਤੇ ਨਾਰਾਜ਼ ਨਹੀਂ ਹੋਏ। ਪਰ ਸਾਹਿਬ ਕਹਿੰਦੇ ਉਸ ਪਰਮਾਤਮਾ ਨਾਲ ਜੁੜਿਓ ਜਿਹਨੂੰ ਮੇਰਾ ਵੀ ਆਦੇਸ਼ ਹੈ, ਜਿਹਨੂੰ ਮੇਰੀ ਵੀ ਨਮਸਕਾਰ ਹੈ। ਮੈਂ ਪਿਆਰ ਦੀ ਗਲਵਕੜੀ ਵਿੱਚ ਲੈ ਕੇ ਆਖਦਾ, ਤੁਸੀਂ ਜਿਹਨੂੰ ਸੱਚਮੁੱਚ ਰੱਬ ਮੰਨਦੇ ਹੋ ਆਪਣੇ ਸੱਚੇ ਰੱਬ ਨਾਲ, ਸੱਚੇ ਇਸ਼ਟ ਨਾਲ ਜੁੜ ਜਾਓ। ਜਦੋਂ ਆਪਾਂ ਇੱਕ ਰੱਬ ਨੂੰ ਮੰਨ ਲਵਾਂਗੇ ਤੇ ਸੱਚਮੁੱਚ ਫਿਰ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਸਮੁੱਚੀ ਮਾਨਵਤਾ ਵਿੱਚ ਏਕਤਾ ਹੋ ਜਾਵੇਗੀ। ਅੱਜ ਆਪਾਂ ਏਕਤਾ ਚਾਹੁੰਦੇ, ਕਦੇ ਏਕਤਾ ਨਹੀਂ ਜੀ ਹੋਣੀ। ਏਕਤਾ ਦਾ ਮਤਲਬ ਇਹ ਨਹੀਂ ਵੀ ਬਹੁ ਗਿਣਤੀ ਵਿੱਚ ਆਪਾਂ ਜੁੜ ਕੇ ਬਹਿ ਜਾਈਏ। ਸਭ ਕਹਿੰਦੇ ਨਹੀਂ, ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਹੀ ਨਹੀਂ ਸਕਦੇ, ਸਾਰੇ ਇੱਕ ਜਗ੍ਹਾ ਤੇ ਬੈਠ ਹੀ ਨਹੀਂ ਸਕਦੇ। ਏਕਤਾ ਦਾ ਕੀ ਮਤਲਬ ਹੈ ਵੀ ਭਾਵੇਂ ਕੋਈ ਜੰਮੂ ਹੋਵੇ, ਕੋਈ ਦਿੱਲੀ ਹੋਵੇ, ਕੋਈ ਪੰਜਾਬ ਹੋਵੇ, ਕੋਈ ਅਮਰੀਕਾ ਹੋਵੇ, ਕਿਤੇ ਬੈਠਾ ਹੋਵੇ, ਪਰ ਜੁੜਿਆ ਹੋਵੇ ਇੱਕ ਰੱਬ ਨਾਲ। ਇਹ ਜੇ ਏਕਤਾ। ਸਾਹਿਬ ਕਹਿੰਦੇ ਤੂੰ ਹਿੰਦੂ ਆ ਤੇ ਹਿੰਦੂ ਰਹਿ ਮੁਬਾਰਕ ਹੈ, ਤੂੰ ਮੁਸਲਮਾਨ ਹੈ ਤੇ ਮੁਸਲਮਾਨ ਰਹੋ ਮੁਬਾਰਕ ਹੈ, ਤੂੰ ਜੈਨੀ ਰਹੋ, ਬੋਧੀ ਰਹੋ, ਤੂੰ ਸਿੱਖ ਰਹੋ, ਪਰ ਜੁੜੀ ਇੱਕ ਨਾਲ। ਜਦੋਂ ਇੱਕ ਨਾਲ ਜੁੜੇਗਾ ਨਾ, ਇਹ ਏਕਤਾ ਹੈ। ਜਦੋਂ ਸਾਰੇ ਆਪਾਂ ਇੱਕ ਪਰਮਾਤਮਾ ਨਾਲ ਜੁੜ ਜਾਵਾਂਗੇ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਮਣਕੇ ਹਜ਼ਾਰਾਂ ਨੇ ਪਰ ਸੂਤਰ ਇੱਕ ਹੈ। ਏਕਤਾ ਕਿਵੇਂ ਹੋ ਸਕਦੀ ਹੈ? ਹੁਣ ਸਾਡੀਆਂ ਅੱਖਾਂ ਦੋ ਨੇ, ਅੱਖਾਂ ਇੱਕ ਨਹੀਂ ਹੋਣੀਆਂ। ਅੱਖਾਂ ਦਾ ਵੇਖਣਾ ਇੱਕ ਹੋ ਸਕਦਾ। ਪੈਰ ਦੋ ਨੇ, ਪੈਰ ਇੱਕ ਨਹੀਂ ਹੋਣਾ। ਪੈਰ ਦੋ ਹੋਣ ਦੇ ਬਾਵਜੂਦ ਵੀ ਤੋਰ ਇੱਕ ਹੈ। ਅੱਖਾਂ ਦੋ ਹੋਣ ਦੇ ਬਾਵਜੂਦ ਵੀ ਵੇਖਣਾ ਇੱਕ ਹੈ। ਇਸੇ ਤਰ੍ਹਾਂ ਬਹੁ ਧਰਮੀ ਹੋ ਕੇ ਵੀ ਮਨੁੱਖਤਾ ਅਨੇਕਤਾ ਦੇ ਰੂਪ ਵਿੱਚ ਰਹਿ ਕੇ ਵੀ ਜਦੋਂ ਇੱਕ ਨਾਲ ਜੁੜੇਗੀ, ਸਾਹਿਬ ਕਹਿਣ ਲੱਗੇ ਇਹ ਹੈ ਸੰਸਾਰ ਦੇ ਵਿੱਚ ਏਕਤਾ। ਤੇ ਇਹ ਏਕਤਾ ਦੀ ਆਵਾਜ਼ ਜਦੋਂ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਬੁਲੰਦ ਕੀਤੀ ਤੇ ਡਾਕਟਰ ਮੁਹੰਮਦ ਇਕਬਾਲ ਹੋਣਾ ਲਿਖਿਆ, ਫਿਰ ਉੱਠੀ ਆਖਰ ਸਦਾ ਤੋਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ। ਉਹ ਤੋਹੀਦ, ਤੋਹੀਦ ਦਾ ਮਤਲਬ ਇੱਕ, ਵੀ ਇੱਕ ਖੁਦਾ, ਇੱਕ ਅੱਲਾ, ਇੱਕ ਵਾਹਿਗੁਰੂ, ਇੱਕ ਰਾਮ। ਸਭ ਕਹਿੰਦੇ ਇਹ ਤੋਹੀਦ ਜਿਹੜੀ ਹੈ ਨਾ, ਇਹ ਤਾਂ ਹੀ ਹੋ ਸਕਦੀ ਜੇ ਸਾਡਾ ਰੱਬ ਇੱਕ ਹੋਵੇ। ਅਸੀਂ ਅਨੇਕਤਾ ਵਿੱਚ ਹੋਈਏ ਪਰ ਰੱਬ ਇੱਕ ਹੋਵੇ। ਤੇ ਅਨੇਕਤਾ ਵਿੱਚੋਂ ਉਸ ਇੱਕ ਰੱਬ ਨੂੰ ਲੱਭਣਾ, ਸਾਹਿਬ ਕਹਿੰਦੇ ਉਹ ਕਿਤੇ ਦੂਰ ਨਹੀਂ ਹੈ। ਏਕ ਬਗੀਚਾ ਪੇੜ ਘਨ ਕਰਿਆ। ਆਹ ਸੰਸਾਰ ਇੱਕ ਬਗੀਚਾ ਹੈ ਤੇ ਇਹਦੇ ਵਿੱਚ ਇੱਕ ਪੇੜ ਨਹੀਂ। ਜੇ ਇੱਕ ਪੇੜ ਹੋਵੇਗਾ ਤੇ ਉਹਨੂੰ ਬਗੀਚਾ ਨਹੀਂ ਕਵਾਂਗੇ। ਇਹ ਸੰਸਾਰ ਰੂਪੀ ਬਗੀਚੇ ਵਿੱਚ ਕੋਈ ਔਰਤ ਹੈ, ਕੋਈ ਪੁਰਸ਼ ਹੈ, ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਹਿੰਦੂ ਮੁਸਲਮਾਨ, ਕੋਈ ਈਸਾਈ, ਬੋਧੀ, ਜੈਨੀ, ਪਾਰਸੀ, ਕੋਈ ਸਿੱਖ।
ये वखरे वखरे बूटे ने मेरे परमात्मा के बाग विच। एक बगीचा पेड़ घन करया, अमृत नाम तहां मैं फलिया। ते उहदा प्राप्ति वाला फल इसे अनेकता विच है, क्योंकि वो अनेकता विच रह के भी एक है। इसलिए मेरे गरीब नवाज जी ने सिक्ख्या दिती तीजे जामे विच आके कि आवो सिख सतगुरु के प्यारिओ, गावो सच्ची बाणी, बाणी तां गावो गुरु केरी, बाणियां सिर बाणी। सब कहते बाणी का अर्थ है जो कुछ बोलते हैं, जो कुछ सुनते हैं, पर गुरु ग्रंथ साहब जी की बाणी केवल आम बाणी नहीं, ये तो धुर की बाणी है, ये सच्ची बाणी है, ये खसम की बाणी है, तो फिर बाणियां सिर बाणी है। बाणियां विचों शिरोमणी बाणी है, बाणियां सिर बाणी। चौथे जामे में जाके सानू उपदेश दिता, बाणी गुरु गुरु है बाणी विच, बाणी अमृत सारे। ते नाल एक मर्यादा भी सतगुरां ने आरंभ कर दिती, सेवक सिख पूजन सब आवें, सब गावें हर हर ऊतम बानी, गाव्या सुनिया तिनका हर थाएं पावै, जिन सतगुर की आग्या सत सत करमानी। ते जे सिखां ने सवाल किया सतगुरु जी भी जे किते बाणी पढ़न नूं चित ना करे तो फिर की करना चाहिए, तो मेरे सतगुरु जी का उत्तर सी भी जे घर दे काम काज करन नूं चित ना करे तो फिर की कर दिओ। कहंदे जे चित ना भी करे तो फिर भी करदे आ, क्योंकि उन्हां तो बिना सरदा नहीं। सब कहंदे बस समझ लवो कि बाणी तो बिना सरदा नहीं, जे चित ना भी करे तो फिर भी बाणी पढ़नी है। जिम निस दिन घर काज सुधारे, त्यागो कबू न लागै प्यारे, तथा प्यार धरो गुरबानी, पठन सुनन कीचै रुच ठानी, धरियो अर्थ जो शब्द मझारा, बार बार उर करो विचारा, क्या गुर कहें करें हम कहाँ, सने सने मोरो मन महा। दूजे नूं पुछण दी लोड़ ही नहीं, वरत आउण ते आपां बाणी तो पुछ लईए ते बाणी कवेगी भी नहीं रखने। छोडां अन्न करें पखंड, श्राद्ध आउण ते आपां बाणी नूं पुछ लईए ते बाणी कवेगी जिउंदे माँ बाप की सेवा करो, श्राद्ध पितर आदि करन दी लोड़ कोई नहीं। क्योंकि जदों असीं गुरु नूं पुछांगे तो फिर पुछ के कहांगे, क्या गुर कहें करें हम कहाँ, सने सने मोरो मन महा। पंजवें जामे वे जाके जिथे क्या धुर की बाणी आई, तिन सगली चिंत मिटाई। उत्थे गुरु की बाणी की संपादना करवा के पोथी साहब के रूप में पहला प्रकाश करवाया, ते सानू सिक्ख्या दिती पोथी परमेश्वर का थान, साध संग गावें गुण गोबिंद, पूर्ण ब्रह्म ज्ञान। छेवें ते सतवें अठवें जामे विच भावें बाणी नहीं उचारण कीती, पर सतगुरु जी ओट आसरा बाणी दा लैंदे सन। जे गुरु हरगोबिंद साहब महाराज जी नूं जंगां युद्धां समय भी सिख पुछदे ते सतगुरु जी भाई गोपाला जी तो जपजी साहब का शुद्ध पाठ सुनते। सतगुरु जी वखरे वखरे विषयां ते विचार चर्चा करवाउंदे। ते जे सिखां ने पुछया भी गुरबाणी विचों तत्त किवें लभे, ते सतगुरां उदाहरणां दित्तियां, जिवें बनस्पति विच अग, जिवें दुੱਧ विच मक्खण, इवें गुरु दे शब्द विच परमात्मा दा तत्त रूपी मिलाप है। साहब ने जिहड़े बचन कहे वो साडी तवारीख विच अंकित ने। सुन कर श्री हर गोबिंद कहें, सगल काष्ट में अग्नि रहें, जथा दुग्ध में घृत मिल रह्यो, मथन करे बिन किन्हू न लह्यो, तिम सतगुर के शब्द मझारा, आत्म ज्ञान बसें सुख सारा। सतवें पातशाह ने अपने बेटा राम राय नूं इस करके दूर कर दिता सी, जिन भै अदब न बाणी धारा, जानो सो सिख नहीं हमारा। जदों अठवें पातशाह के दर ते औरंगजेब कई दिन आके मुड़दा रहा, तो फिर क्या जे दर्शन नहीं देने तो कुछ लिख के भेज दिओ। तो गुरु हरकृष्ण महाराज जी ने अपने कोलों कुछ लिखण की बजाए गुरु नानक साहब के बचन माझ राग की वार विचों लिख के भेजे सन, क्या खादै क्या पहनदै होए। नौवें पातशाह गुरु तेग बहादुर साहब, जिन्हां ने 59 शब्द ते 57 श्लोक सानू बख्शिश कीते। 10वें जामे विच आके जिथे होर बख्शिशां कीतियां, उत्थे गरीब नवाज जी ने सारा कुछ समेट के जिथे संगती वडियाई पंजां प्यारियां नूं दे दित्ती, क्योंकि गुर संगत कीनी खालसा। जदों भाई गुरदास जी ने जिक्र किया ना भी गुरु नानक साहब जी नूं पुछया तुहाडे कोल किहड़ी शक्ति है,
ਤੇ ਸਤਿਗੁਰਾਂ ਦਾ ਉੱਤਰ ਸੀ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗੁਰੂ ਸੰਗਤ ਨੂੰ ਤਾਂ ਬਣਾ ਦਿੱਤਾ ਖਾਲਸਾ, ਗੁਰ ਸੰਗਤ ਕੀਨੀ ਖਾਲਸਾ, ਮਨ ਮੁਖੀ ਦੁਹੇਲਾ। ਤੇ ਜਿਹੜੇ ਬਚਨ ਕਹੇ ਸਨ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ, 10ਵੇਂ ਜਾਮੇ ਵਿੱਚ ਜਾ ਕੇ ਬਾਣੀ ਨੂੰ ਗੁਰੂ ਪਦਵੀ ਤੇ ਬਿਰਾਜਮਾਨ ਕਰਕੇ ਆਪ ਮੱਥਾ ਟੇਕਿਆ ਤੇ ਆਪ ਪਰਿਕਰਮਾ ਕੀਤੀਆਂ ਤੇ ਨਾਲੇ ਉਪਦੇਸ਼ ਦਿੱਤਾ। ਜਿਵੇਂ ਪਹਿਲੇ 9 ਪਾਤਸ਼ਾਹਾਂ ਦੇ ਸਮੇਂ ਜਦੋਂ ਉਹ ਅਗਲੇ ਗੁਰ ਵਿਅਕਤੀ ਨੂੰ ਮੱਥਾ ਟੇਕ ਕੇ ਪਰਿਕਰਮਾ ਕਰਦੇ ਤੇ ਸਾਰੀਆਂ ਸੰਗਤਾਂ ਉੱਥੇ ਮੱਥਾ ਟੇਕਦੀਆਂ। ਸਾਹਿਬ ਕਹਿੰਦੇ, ਜਿੱਥੇ ਅਸੀਂ ਮੱਥਾ ਟੇਕ ਦਿੱਤਾ, ਜਿੱਥੇ ਅਸੀਂ ਪਰਿਕਰਮਾ ਕੀਤੀਆਂ ਨੇ ਨਾ, ਅੱਜ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਤੇ ਮੈਂ ਇੱਕ ਸਵਈਆ ਆਪ ਨਾਲ ਸਾਂਝਾ ਕਰਕੇ ਸਮਾਪਤੀ ਵਾਲੇ ਪਾਸੇ ਆਉਣਾ ਚਾਹੁੰਦਾ। ਗੁਰਬਾਣੀ ਦੀ ਮਹਿਮਾ ਵਿੱਚ ਹੈ, ਉਸ ਕਵੀ ਨੇ ਇੱਕ ਉਦਾਹਰਨ ਦੇ ਕੇ ਗੁਰਬਾਣੀ ਵਿੱਚੋਂ ਵੀ ਜਿਵੇਂ ਗੁਰੂ ਕੀ ਬਾਣੀ ਦੇ ਬਚਨ ਨੇ ਵੀ ਧਰਮਰਾਜ ਨੇ ਇੱਕ ਦਿਨ ਇੱਕ ਮੀਟਿੰਗ ਬੁਲਾਈ। ਮੀਟਿੰਗ ਬੁਲਾ ਕੇ ਉਹਨੇ ਕੁਝ ਹਦਾਇਤਾਂ ਕੀਤੀਆਂ ਵੀ ਕਿੱਥੇ ਤੁਸੀਂ ਦੂਤੋ ਜਾ ਸਕਦੇ ਹੋ, ਕਿੱਥੇ ਨਹੀਂ ਜਾ ਸਕਦੇ। ਉਹਨੇ ਹਦਾਇਤਾਂ ਕੀਤੀਆਂ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਜਿੱਥੇ ਸਤ ਸੰਗਤ ਹੋਵੇ, ਜਿੱਥੇ ਗੁਰਬਾਣੀ ਦਾ ਕੀਰਤਨ ਹੋਵੇ, ਜਿੱਥੇ ਨਾਮ ਜਪਣ ਵਾਲੇ ਬੈਠੇ ਹੋਣ, ਨੈ ਹੋ ਨਾ ਤੂੰ ਨੈ ਛੁਟੈ ਨਿਕਟ ਨਾ ਜਾਈਓ ਦੂਤ। ਧਰਮਰਾਜ ਆਪਣੇ ਦੂਤਾਂ ਨੂੰ ਕਹਿੰਦਾ ਵੀ ਉਹਨਾਂ ਦੇ ਨੇੜੇ ਨਾ ਜਾਣਾ, ਉਹਨਾਂ ਦੇ ਕੋਲੋਂ ਛੁੱਟਣ ਦਾ ਨਾ ਮੇਰੇ ਕੋਲ ਤੇ ਨਾ ਤੁਹਾਡੇ ਕੋਲ ਕੋਈ ਯਤਨ ਹੈ। ਬਸ ਇਹਨਾਂ ਪਾਵਨ ਗੁਰਬਾਣੀ ਦੀ ਜਿਹੜੀ ਤੁਕ ਹੈ, ਇਹਦੀ ਉਸ ਕਵੀ ਨੇ ਵਿਆਖਿਆ ਕੀਤੀ। ਕਹਿਣ ਲੱਗੇ, ਜਿੱਦਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਗੱਦੀ ਬਖਸ਼ਿਸ਼ ਕੀਤੀ ਤੇ ਕਹਿੰਦੇ ਧਰਮਰਾਜ ਦੇ ਜਿਹੜੇ ਦੂਤ ਸਨ ਉਹ ਦੌੜੇ ਦੌੜੇ ਧਰਮਰਾਜ ਕੋਲ ਗਏ ਤੇ ਧਰਮਰਾਜ ਕਹਿਣ ਲੱਗਾ ਵੀ ਮੈਂ ਤਾਂ ਤੁਹਾਨੂੰ ਲੋਕਾਂ ਨੂੰ ਡਰਾਉਣ ਲਈ ਭੇਜਿਆ ਸੀ ਤੇ ਤੁਸੀਂ ਆਪ ਹੀ ਡਰੇ ਹੋਏ ਹੋ। ਕਹਿਣ ਲੱਗੇ ਵੀ ਖਬਰ ਹੀ ਕੋਈ ਐਸੀ ਹੈ। ਕਹਿੰਦੇ ਕੀ? ਕਹਿੰਦੇ ਗੁਰੂ ਨਾਨਕ ਸਾਹਿਬ ਦੇ 10ਵੇਂ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਹੈ। ਤੇ ਹੁਣ ਜਿੰਨੇ ਜਿੰਨੇ ਗੁਰੂ ਕੀ ਬਾਣੀ ਨਾਲ ਜੁੜਨਾ, ਜਿੰਨੇ ਇਹ ਪੜ੍ਹਿਆ ਕਰਨਾ ਕਿ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੇ ਨੀਰੈ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਕਹਿੰਦੇ ਜਿੱਥੇ ਜਿੱਥੇ ਬਾਣੀ ਦਾ ਪ੍ਰਵਾਹ ਚੱਲਣਾ, ਜਿਨ੍ਹਾਂ ਨੇ ਬਾਣੀ ਨੂੰ ਸੁਣਨਾ, ਵਿਚਾਰਨਾ ਤੇ ਮੰਨਣਾ, ਉਹਨਾਂ ਤੇ ਸਾਡਾ ਜ਼ੋਰ ਨਹੀਂ ਚੱਲਣਾ। ਤੇ ਅਸੀਂ ਤੈਨੂੰ ਸਲਾਹ ਦੇਣ ਲਈ ਆਏ ਹਾਂ ਵੀ ਤੂੰ ਵੀ ਆਪਣੀ ਰਾਜਧਾਨੀ ਚੁੱਕ ਤੇ ਚੱਲਦਾ ਬਣ। ਉਸ ਕਵੀ ਨੇ ਗੁਰੂ ਕੀ ਬਾਣੀ ਦੀ ਮਹਿਮਾ ਕਰਦਿਆਂ ਲਿਖਿਆ, ਬਾਰ ਬਾਰ ਦੂਤਨ ਕੇ ਝੁੰਡਨ ਕੇ ਝੁੰਡ ਧਾਏ। ਜਥੇ ਬਣਾ ਬਣਾ ਕੇ, ਝੁੰਡ ਬਣਾ ਬਣਾ ਕੇ ਦੂਤ ਜਿਹੜੇ ਸਨ ਦੌੜੇ ਦੌੜੇ ਧਰਮਰਾਜ ਕੋਲ ਗਏ। ਬਾਰ ਬਾਰ ਦੂਤਨ ਕੇ ਝੁੰਡਨ ਕੇ ਝੁੰਡ ਧਾਏ, ਨੀਕੇ ਸਮਝਾਏ ਧਰਮਰਾਜ ਅਭਿਮਾਨੀ ਕੋ। ਭਇਓ ਹੈ ਵਿਸਾਲ ਸ਼੍ਰੀ ਗੁਰੂ ਗ੍ਰੰਥ ਜੂ ਸੰਸਾਰ ਮਾਹੇ, ਸ਼੍ਰੀ ਗੁਰੂ ਗੋਬਿੰਦ ਸਿੰਘ ਭੋਗ ਮੋਖ ਦਾਨੀ ਕੋ। ਜੇਤੇ ਜਗ ਪਾਤ ਕੀ ਬੈਕੁੰਠ ਕੋ ਪਧਾਰੇ ਬੇਗ, ਰੀਜ ਰੀਜ ਗਾਏ ਗੁਰੂ ਗ੍ਰੰਥ ਜੀ ਕੀ ਬਾਣੀ ਕੋ। ਨਾਹੇ ਸ਼ਰਮਾਵੋ ਚਿਤ ਚਿੰਤ ਨਾ ਵਢਾਵੋ ਨਾਥ, ਕਹਿਣ ਲੱਗੇ ਲਾਵੋ ਨਾ ਬਲੰਬ ਉਠਾਵੋ ਰਾਜਧਾਨੀ ਕੋ। ਕਿਉਂਕਿ ਜਿੱਥੇ ਜਿੱਥੇ ਗੁਰੂ ਕੀ ਬਾਣੀ ਦਾ ਪ੍ਰਵਾਹ ਚੱਲਣਾ ਨਾ, ਸਾਹਿਬ ਕਹਿੰਦੇ ਜਿਹੜਾ ਹਿਰਦੇ ਵਿੱਚ ਗੁਰੂ ਕੀ ਬਾਣੀ ਨੂੰ ਵਸਾ ਲਵੇਗਾ ਨਾ, ਧਰਮ ਰਾਏ ਜਾਂ ਜਮਦੂਤ ਉਹਦੇ ਨੇੜੇ ਵੀ ਨਹੀਂ ਢੁੱਕ ਸਕਦਾ। ਕਿਉਂਕਿ ਗੁਰੂ ਕੀ ਬਾਣੀ ਸੱਚਮੁੱਚ ਸਾਡੇ ਜੀਵਨ ਦੇ ਵਿੱਚੋਂ ਇਹ ਭੈ, ਇਹ ਡਰ ਖਤਮ ਕਰਕੇ ਸਾਨੂੰ ਇੱਕ ਨੁਕਤਾ ਸਮਝਾਉਂਦੀ ਹੈ ਕਿ ਹਰ ਜੀਉ ਕੀ ਹੈ ਸਭ ਸਿਰਕਾਰਾ, ਇਹ ਜਮ ਕਿਆ ਕਰੇ ਵਿਚਾਰਾ। ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੈ ਕੱਢਦਾ ਸਾਹਾ ਹੈ। ਜਿਹਦੀ ਸਰਕਾਰ ਹੋਵੇ, ਡੀਸੀ ਵੀ ਉਹਦਾ ਹੁੰਦਾ, ਐਸਐਸਪੀ ਵੀ ਉਹਦਾ ਹੁੰਦਾ, ਡੀਜੀਪੀ ਵੀ ਉਹਦਾ ਹੁੰਦਾ। ਜੇ ਪ੍ਰਮਾਤਮਾ ਦੀ ਸਰਕਾਰ ਮੰਨ ਲਵੋ ਤੇ ਇਹ ਧਰਮਰਾਜ ਤੇ ਉਹਦਾ ਡੀਜੀਪੀ ਹੈ, ਇਹ ਤੁਹਾਨੂੰ ਕੁਝ ਨਹੀਂ ਕਵੇਗਾ ਕਿਉਂਕਿ ਇਹ ਹੁਕਮੀ ਬੰਦਾ ਹੈ। ਤੇ ਜੇ ਤੁਸੀਂ ਪ੍ਰਮਾਤਮਾ ਦੀ ਸਰਕਾਰ ਤੋਂ ਆਕੀ ਹੋ ਗਏ, ਬਾਹਰ ਹੋ ਗਏ, ਤੇ ਫਿਰ ਤੁਹਾਡੇ ਸਿਰ ਤੇ ਧਰਮਰਾਜ ਰੂਪੀ ਗਵਰਨਰ ਜਿਹੜਾ ਉਹ ਬਿਠਾ ਦਿੱਤਾ ਜਾਣਾ। ਸਾਹਿਬ ਨੇ ਕਿਹਾ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਉਵੇਂ ਸਾਡੇ ਸਿਰ ਤੇ ਪਰਮਾਤਮਾ ਦੀ ਸਰਕਾਰ ਹੈ।
ਪਰ ਜਿਹੜਾ ਪ੍ਰਮਾਤਮਾ ਦੀ ਪੂਜਾ ਨਹੀਂ ਕਰੇਗਾ, ਪ੍ਰਮਾਤਮਾ ਦਾ ਹੁਕਮ ਨਹੀਂ ਮੰਨੇਗਾ, ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਕਰੇਗਾ, ਉਹਦੇ ਸਿਰ ਤੇ ਫਿਰ ਪ੍ਰਮਾਤਮਾ ਦਾ ਜਿਹੜਾ ਗਵਰਨਰ ਹੈ ਨਾ ਧਰਮ ਰਾਏ, ਉਹ ਬਿਠਾ ਦਿੱਤਾ ਜਾਣਾ। ਇਹ ਅਸੀਂ ਨਿਰਣਾ ਕਰਨਾ ਵੀ ਆਪਾਂ ਪ੍ਰਮਾਤਮਾ ਦੀ ਸਰਕਾਰ ਨੂੰ ਮੰਨਣਾ ਕਿ ਆਪਾਂ ਧਰਮ ਰਾਜ ਦੇ ਅਧੀਨ ਹੋਣਾ। ਤੇ ਜਦੋਂ ਆਪਾਂ ਗੁਰੂ ਕੇ ਸ਼ਬਦ ਨਾਲ ਜੁੜ ਜਾਵਾਂਗੇ ਤੇ ਸਾਹਿਬ ਕਹਿੰਦੇ ਫਿਰ ਸੱਚਮੁੱਚ ਜਦੋਂ ਗੁਰੂ ਕੇ ਸ਼ਬਦ ਦੀ ਰੂਢੀ ਸ਼ਕਤੀ ਸਾਡੇ ਜੀਵਨ ਵਿੱਚ ਆਵੇਗੀ, ਫਿਰ ਇਹ ਜੰਮ, ਇਹ ਧਰਮ ਰਾਏ ਜਿਹੜਾ ਨਾ, ਇਹ ਸਾਡੇ ਨੇੜੇ ਨਹੀਂ ਲੱਗੇਗਾ, ਕਿਉਂਕਿ ਗੁਰੂ ਕੀ ਬਾਣੀ ਨੂੰ ਸੁਣ ਕੇ ਇਹਨੇ ਸਾਡੇ ਤੋਂ ਦੂਰੀ ਬਣਾ ਕੇ ਰੱਖਣੀ ਹੈ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤ੍ਰਿਸਕਾਰ, ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਤਗਾਰ। ਸਾਰੀਆਂ ਸੰਗਤਾਂ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਸ਼ੀਨੀ ਗੁਰਪੁਰਬ ਦੀਆਂ, ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਗੱਦੀ ਨਸ਼ੀਨੀ ਗੁਰਪੁਰਬ ਮਨਾਇਆ ਜਾਣਾ ਹੈ, ਉਹਦੀਆਂ ਬਹੁਤ ਬਹੁਤ ਵਧਾਈਆਂ। ਔਰ ਖਾਸ ਕਰਕੇ ਧੰਨਵਾਦ ਕਰਾਂਗਾ ਗੁਰਮਤਿ ਰਾਗੀ ਗ੍ਰੰਥੀ ਸਭਾ ਦਾ ਕਿ ਜਿਨ੍ਹਾਂ ਨੇ ਇਹ ਚੋਣ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ ਜਿਹੜਾ ਉਹ ਮਨਾਇਆ ਜਾਵੇ, ਤਾਂ ਕਿ ਆਪਾਂ ਸਾਰੇ ਸਰੀਰਾਂ ਨਾਲ ਜੁੜਨ ਦੀ ਬਜਾਏ, ਤਸਵੀਰਾਂ ਨਾਲ ਜੁੜਨ ਦੀ ਬਜਾਏ ਸ਼ਬਦ ਗੁਰੂ ਦੇ ਨਾਲ ਜੁੜੀਏ। ਔਰ ਸਾਨੂੰ ਮੌਕਾ ਮਿਲਦਾ ਸ਼ਬਦ ਗੁਰੂ ਦੀ ਮਹਿਮਾ ਕਰਨ ਦਾ, ਸ਼ਬਦ ਗੁਰੂ ਦੇ ਸਿਧਾਂਤ ਨੂੰ ਪ੍ਰਚਾਰਨ ਦਾ। ਤੇ ਜਦੋਂ ਆਪਾਂ ਸਾਰੇ ਇੱਕ ਸੁਰ ਵਿੱਚ ਹੋ ਕੇ ਆਪਣੇ ਘਰਾਂ ਵਿੱਚ ਕਹਿਣ ਲੱਗ ਪਵਾਂਗੇ ਨਾ, ਜਦੋਂ ਕੋਈ ਪੁੱਛੇਗਾ ਘਰ ਕਿੰਨੇ ਦਿੱਤਾ, ਤੇ ਆਪਾਂ ਕਹੀਏ ਧੰਨ ਗੁਰੂ ਗ੍ਰੰਥ ਸਾਹਿਬ ਨੇ। ਜਦੋਂ ਕੋਈ ਕਹੇਗਾ ਧੀਆਂ ਪੁੱਤਰ ਕਿੰਨਾ ਦਿੱਤੇ, ਤੇ ਆਪਾਂ ਕਵਾਂਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ। ਜੇ ਕੋਈ ਕਹੇਗਾ ਕਿ ਘਰ ਧਨ ਦੌਲਤ ਇਹ ਸੰਪਤੀ ਜਾਇਦਾਦ ਕਿੱਥੋਂ ਮਿਲੀ, ਤੇ ਆਪਾਂ ਕਵਾਂਗੇ ਗੁਰੂ ਗ੍ਰੰਥ ਸਾਹਿਬ ਤੋਂ ਇੱਕ ਦਿਨ ਦੇ ਵਿੱਚ ਇਨਕਲਾਬ ਆ ਸਕਦਾ। ਆਪਾਂ ਸਾਰੇ ਕਹਿਣਾ ਸ਼ੁਰੂ ਕਰ ਦਈਏ, ਕਿਉਂਕਿ ਗੁੱਜੀ ਛੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ। ਇਹ ਦਾਤ ਮੇਰੇ ਗੁਰੂ ਦੀ ਹੈ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਨਵਾਜਿਆ। ਸੰਗਤ ਦੇ ਵਿੱਚ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਜੋ ਸਿੱਖ ਮਿਸ਼ਨ ਜੰਮੂ ਕਸ਼ਮੀਰ ਦੇ ਇੰਚਾਰਜ ਨੇ, ਉਹਨਾਂ ਨਾਲ ਸਾਰੇ ਪ੍ਰਚਾਰਕ ਸਹਿਬਾਨ, ਇਸੇ ਤਰ੍ਹਾਂ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਜੋ ਜੰਮੂ ਤੋਂ ਗੁਰੂ ਕੇ ਕੀਰਤਨੀਏ ਨੇ, ਉਹਨਾਂ ਨੇ ਵੀ ਬੜਾ ਸਨਮਾਨ ਦੇ ਕੇ ਵੱਖ-ਵੱਖ ਪਰਿਵਾਰਾਂ ਵੱਲੋਂ ਬੜੇ ਚਾਅ ਦੇ ਨਾਲ ਦਾਸ ਨੂੰ ਆਪ ਸੰਗਤਾਂ ਨੇ ਇੱਥੇ ਜੀ ਆਇਆਂ ਨੂੰ ਆਖਿਆ। ਮੈਂ ਸਾਰੀ ਸੰਗਤ ਦਾ ਫਿਰ ਇੱਕ ਵਾਰ ਰਿਣੀ ਹਾਂ। ਇੰਨਾ ਸਮਾਂ ਨਹੀਂ ਕਿ ਆਪਾਂ ਹੋਰ ਵਿਸਤਾਰ ਵਿੱਚ ਜਾ ਸਕੀਏ, ਵਾਪਸ ਅੰਮ੍ਰਿਤਸਰ ਜਾਣਾ। ਕੱਲ੍ਹ ਨੂੰ ਫਿਰ ਹੁਸ਼ਿਆਰਪੁਰ ਵਿਖੇ ਗੁਰਮਤਿ ਸਮਾਗਮ ਹੈ। ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨੇ। ਬੜੀ ਹੀ ਸੁਚੱਜੀ ਸ਼ਖਸੀਅਤ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ, ਹਜੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜੋ ਗੁਰਬਾਣੀ ਦਾ ਸ਼ੁੱਧ ਉਚਾਰਨ ਤੇ ਗੁਰਬਾਣੀ ਨੂੰ ਰਾਗਾਂ ਦੇ ਵਿੱਚ ਗਾਇਨ ਕਰਨ ਤੇ ਉਹਨਾਂ ਦੀ ਬੜੀ ਪਕੜ ਹੈ। ਉਹਨਾਂ ਨੇ ਆਪ ਸੰਗਤਾਂ ਦੇ ਹੁਣ ਦਰਸ਼ਨ ਕਰਨੇ ਨੇ। ਫਿਰ ਇੱਕ ਵਾਰ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਬੁਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ, ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ। ਆਸ ਰੱਖਾਂਗੇ ਜਿਸ ਤਰ੍ਹਾਂ ਹੁਣ ਨਿਵਾਜਿਆ ਹੈ, ਅੱਗੋਂ ਵੀ ਜਦੋਂ ਵੀ ਯਾਦ ਕਰਾਂਗੇ ਇਸੇ ਤਰ੍ਹਾਂ ਆਪਣੇ ਪ੍ਰਵਚਨਾਂ ਨਾਲ ਨਿਵਾਜਣਗੇ। ਸਟੇਜ ਵੱਲੋਂ, ਸਭਾ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਜਿੰਨਾ ਚਿਰ ਇੱਕ ਜੱਥਾ ਕੋਈ 10 ਮਿੰਟ ਵਾਸਤੇ ਭਾਈ ਸਾਹਿਬ ਭਾਈ ਗੁਰਿੰਦਰ ਸਿੰਘ ਜੀ ਉਹ ਆਪ ਜੀ ਦੇ ਰੂਬਰੂ ਹੋਣਗੇ, ਉਹਨਾਂ ਨੂੰ ਬੇਨਤੀ ਸਟੇਜ 'ਤੇ ਆ ਜਾਣ। ਔਰ ਨਾਲ ਹੀ ਇੱਕ ਦੋ ਬੇਨਤੀਆਂ ਨੇ, ਥੋੜ੍ਹੀ ਜਿਹੀ ਤਵੱਜੋ ਦੇਣੀ ਜੀ। ਦੋ ਪੀੜਾਂ ਨੇ, ਦਾਸ ਗੁਰਦੀਪ ਸਿੰਘ ਜੋ ਕਿ ਗੁਰਦੁਆਰਾ ਡੇਰਾ ਸੰਤ ਪੁਰਾ ਗੰਨਾ ਗੁਰੂ ਨਾਨਕ ਨਗਰ ਵਿਖੇ ਅਤੇ ਉਪਰੰਤ ਗੁਰਦੁਆਰਾ ਸਾਹਿਬ ਪ੍ਰੀਤ ਨਗਰ ਵਿਖੇ ਸੇਵਾਦਾਰ ਦੀ ਡਿਊਟੀ ਨਿਭਾਉਂਦਾ ਸੀ। ਹੁਣ ਉਹ ਆਪਣੇ ਘਰ ਦੇ ਨੇੜੇ ਮੋਢੇ ਵਿਖੇ ਗੁਰੂ ਘਰ ਵਿੱਚ ਸੇਵਾ ਕਰ ਰਹੇ ਨੇ। ਉਹਨਾਂ ਦੀ ਪਤਨੀ ਦਾ ਪਹਿਲਾਂ ਵੀ ਜੋ ਹਾਰਟ ਦਾ ਆਪਰੇਟ ਹੋਇਆ, ਹੁਣ ਦੁਬਾਰਾ ਫਿਰ ਆਪਰੇਸ਼ਨ ਹੋਣਾ ਹੈ। ਦਿੱਲੀ ਖਰਚਾ ਡਾਕਟਰਾਂ ਨੇ ਕੁਝ 6 ਲੱਖ ਰੁਪਇਆ ਦੱਸਿਆ ਹੈ।
ਸੋ ਇੱਕ ਸੇਵਾਦਾਰ ਦੀ ਉਹ ਡਿਊਟੀ ਨਿਭਾਉਂਦੇ ਨੇ। ਸੰਗਤਾਂ ਵਾਸਤੇ ਅਪੀਲ ਕਰਦੇ ਨੇ ਕਿ ਉਹਨਾਂ ਦੀ ਮਾਇਕ ਸਹਾਇਤਾ ਕੀਤੀ ਜਾਵੇ। ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਨੇ ਥੋੜ੍ਹੇ ਦਿਨ ਪਹਿਲਾਂ ਮੈਨੂੰ ਇਸ ਬਾਰੇ ਫੋਨ ਵੀ ਕੀਤਾ ਸੀ। ਭਾਈ ਸਾਹਿਬ ਜੀ ਸਟੇਜ ਦੇ ਪਿੱਛੇ ਬੈਠੇ ਨੇ, ਉਹ ਵੀ ਕੋਈ ਸੇਵਾ ਜਿਸ ਨੇ ਦੇਣੀ ਹੋਵੇ ਉਹਨਾਂ ਨੂੰ ਦੇ ਸਕਦਾ ਹੈ। ਇੱਕ ਹੋਰ ਅਪੀਲ ਹੈ, ਰਜਿੰਦਰ ਕੌਰ ਸੁਪਤਨੀ ਸਰਦਾਰ ਗੁਰਦਾਰ ਸਿੰਘ ਨਿਵਾਸੀ ਨਿਊ ਦੀਵਾਨਗੜ੍ਹ ਤਹਿਸੀਲ ਸੁਚੇਤਗੜ੍ਹ ਜ਼ਿਲ੍ਹਾ ਜੰਮੂ ਦੇ ਰਹਿਣ ਵਾਲੇ, ਜੋ ਕਿ 2 ਸਾਲ ਪਹਿਲਾਂ ਛਾਤੀ ਨੂੰ ਡਿੱਗਣ ਕਰਕੇ ਰਾਜਿੰਦਰ ਕੌਰ ਦੀ ਰੀੜ੍ਹ ਦੀ ਹੱਡੀ ਟੁੱਟ ਚੁੱਕੀ ਹੈ। ਪਰਿਵਾਰ ਵੱਲੋਂ ਇਲਾਜ ਕਰਵਾਉਂਦੇ ਹੋਏ ਤਕਰੀਬਨ 15 ਲੱਖ ਰੁਪਈਆ ਖਰਚ ਹੋ ਚੁੱਕਾ ਹੈ ਉਹਨਾਂ ਵੱਲੋਂ। ਤੇ ਸਰਦਾਰ ਗੁਰਦਾਰ ਸਿੰਘ ਜੀ ਪੇਸ਼ੇ ਵਜੋਂ ਜੋ ਪ੍ਰਾਈਵੇਟ ਸਕੂਲ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਹਨ। ਪਰਿਵਾਰ ਦੀ ਇਤਨੀ ਆਮਦਨੀ ਨਹੀਂ ਹੈ, ਆਰਥਿਕ ਹਾਲਤ ਮਾੜੀ ਹੈ। ਡਾਕਟਰਾਂ ਨੇ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਕਰਵਾਉਣ ਲਈ ਕਿਹਾ ਹੈ। ਇਸ ਕਰਕੇ ਉਹਨਾਂ ਦਾ ਆਪਰੇਸ਼ਨ ਜਿਹੜਾ ਹੈ KD ਹਸਪਤਾਲ ਅੰਮ੍ਰਿਤਸਰ ਵਿਖੇ ਜਦ ਹੋਣਾ ਹੈ। ਉਹ ਵੀਰ ਗੇਟ ਦੇ ਕੋਲ ਹੀ ਬੈਠੇ ਨੇ, ਅਪੀਲ ਕਰ ਰਹੇ ਨੇ ਆਪਣੇ ਵਿੱਤ ਵਿੱਚੋਂ ਮਾਇਕ ਸਹਾਇਤਾ ਜਿਹੜੀ ਉਹਨਾਂ ਦੀ ਕੀਤੀ ਜਾਵੇ ਤਾਂ ਕਿ ਉਹ ਇਲਾਜ ਕਰਾ ਸਕਣ। ਸ਼ਹੀਦੀ ਗੁਰਮਤਿ ਸਮਾਗਮ 1947 ਸਿੱਖ ਸ਼ਹੀਦਾਂ ਦੀ ਯਾਦ ਵਿੱਚ, ਜੋ ਕਿ ਸੰਤ ਗੁਰਬਖਸ਼ ਸਿੰਘ ਜੀ ਡੰਨਾ ਵੱਲੋਂ ਚਲਾਈ ਪ੍ਰਥਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਤੇਜਵੰਤ ਸਿੰਘ ਜੀ ਉਹਨਾਂ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਡੇਰਾ ਸੰਤਪੁਰਾ ਡੰਨਾ ਗੁਰੂ ਨਾਨਕ ਵਿਖੇ, ਜੋ ਕਿ 22 ਅਕਤੂਬਰ ਤੋਂ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਆਰੰਭ ਕੀਤੀ ਹੋਈ ਹੈ, ਜਿਸ ਦੀ ਸਮਾਪਤੀ 7 ਨਵੰਬਰ ਨੂੰ ਹੋਵੇਗੀ। ਸੋ 7 ਨਵੰਬਰ ਨੂੰ ਸ਼ਾਮ 6 ਵਜੇ ਤੋਂ ਲੈ ਕੇ ਰਾਤ 9:30 ਵਜੇ ਤੱਕ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਮਾਗਮ ਕੀਤਾ ਜਾਵੇਗਾ। ਉਹਨਾਂ ਵੱਲੋਂ ਵੀ ਬੇਨਤੀ ਕੀਤੀ ਜਾਂਦੀ ਹੈ 7 ਤਰੀਕ ਨੂੰ ਹੁਮਾ ਕੇ ਇਸ ਸਮਾਗਮ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਜਿੱਥੋਂ ਤੱਕ ਸਭਾ ਦਾ ਸਵਾਲ ਹੈ, ਸ਼੍ਰੋਮਣੀ ਗੁਰਮਤਿ ਗ੍ਰੰਥੀ ਰਾਗੀ ਸਭਾ, ਜੋ ਕਿ ਕਾਫੀ ਸਮੇਂ ਤੋਂ ਇਹ ਵੀਰ ਸੇਵਾ ਕਰਦੇ ਆ ਰਹੇ ਨੇ, ਵੱਖ-ਵੱਖ ਆਪਣੇ ਸਮਿਆਂ ਦੌਰਾਨ ਸਮਾਗਮਾਂ ਰਾਹੀਂ ਹੋਰ ਪ੍ਰਚਾਰ ਪ੍ਰਸਾਰ ਦੇ ਸਾਧਨ ਜਿਹੜੇ ਕਰ ਰਹੇ ਹਨ। ਸੋ ਹੁਣ ਜੋ ਅਨੇਕਾਂ ਉਪਰਾਲੇ ਜਿਹੜੇ ਸਭਾ ਵੱਲੋਂ ਲੈ ਕੇ ਗਏ ਨੇ ਵੀਰਾਂ ਨੇ ਸਾਰੇ ਆਪਸ ਨੂੰ ਸੰਗਤਾਂ ਦੇ ਸਹਿਯੋਗ ਨਾਲ ਤਕਰੀਬਨ 80 ਬੱਚਿਆਂ ਨੂੰ ਜੋ ਸਕੂਲ ਫੀ ਦਿੱਤੀ ਜਾਂਦੀ ਹੈ ਅਤੇ ਜਦੋਂ ਵੀ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੈ ਉਸ ਵੇਲੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵਰਦੀਆਂ ਸਕੂਲ ਬੈਗ ਆਦਿ ਸਟੇਸ਼ਨਰੀ ਦਾ ਸਮਾਨ ਸਾਰਾ ਪ੍ਰੋਵਾਈਡ ਕੀਤਾ ਜਾਂਦਾ ਹੈ। ਇਹ ਸਾਰੇ ਉਪਰਾਲੇ ਆਪਸ ਨੂੰ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਹੇ ਹਨ। ਜਾਂ ਕਿਤੇ ਰਾਗੀ ਜਾਂ ਸੇਵਾਦਾਰ ਜਾਂ ਗ੍ਰੰਥੀ ਦੇ ਘਰ ਵਿਖੇ ਕੋਈ ਸੁੱਖ ਦੁੱਖ ਹੁੰਦਾ ਹੈ, ਉਸ ਵਿੱਚ ਵੀ ਜੋ 5500 ਰੁਪਏ ਦਾ ਫੰਡ ਜਿਹੜਾ ਹੈ ਉਸ ਨੂੰ ਦਿੱਤਾ ਜਾਂਦਾ ਹੈ। ਇਸ ਫੰਡ ਵਿੱਚੋਂ ਕਈ ਥਾਵਾਂ ਤੇ ਇਹਨਾਂ ਵੱਲੋਂ ਵੀਰਾਂ ਵੱਲੋਂ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ ਅਤੇ ਇਸ ਮਹਾਨ ਕਾਰਜ ਨੂੰ ਅੱਗੇ ਤੋਰਨ ਵਾਸਤੇ ਜੋ ਸੰਗਤਾਂ ਪਾਸ ਇੱਕ ਡੋਨੇਸ਼ਨ ਬਾਕਸ ਜੋ ਸੰਗਤਾਂ ਘਰ ਲਿਜਾ ਲੈਂਦੀਆਂ ਨੇ ਤੇ ਉਹਦੇ ਵਿੱਚ ਜੋ ਵੀ ਆਪਣੇ ਵਿੱਤ ਮੁਤਾਬਕ ਦਸਵੰਧ ਦੀ ਮਾਇਆ ਜਿਹੜੀ ਹੈ ਪਾ ਦਿੱਤੀ ਜਾਂਦੀ ਹੈ ਤੇ ਉਹ ਸਿੰਘ ਜਿਹੜੇ ਜਾ ਕੇ ਉਹ ਮਾਇਆ ਇਕੱਤਰ ਕਰਦੇ ਹਨ। ਇਹ ਸਾਰਾ ਪੈਸਾ ਜਿਹੜਾ ਹੈ ਇਹ ਸਾਰਾ ਇਸ ਫੰਡ ਵਿੱਚ ਹੀ ਪਾਇਆ ਜਾਂਦਾ ਹੈ। ਔਰ ਜਿਹੜੇ ਵੀਰ ਗੁਰੂ ਕੇ ਕੀਰਤਨੀ ਜਾਂ ਪ੍ਰਚਾਰਕ ਥਾਵਾਂ ਦੇ ਪ੍ਰਚਾਰ ਕਰਦੇ ਹਨ, ਸਮਾਗਮ ਕਰਦੇ ਹਨ, ਉਹ ਵੀ ਜਿਹੜਾ ਸੰਗਤ ਵੱਲੋਂ ਆਈ ਹੋਈ ਮਾਇਆ ਇਹ ਸਾਰੇ ਫੰਡ ਵਿੱਚ ਇਸ ਵਿੱਚ ਪਾਈ ਜਾਂਦੀ ਹੈ। ਸੋ ਆਪਸ ਨੂੰ ਸੰਗਤਾਂ ਨੂੰ ਬੇਨਤੀ ਹੈ ਅੱਗੋਂ ਵਾਸਤੇ ਵੀ ਇਸੇ ਤਰ੍ਹਾਂ ਸਭਾ ਦੇ ਨਾਲ ਸਹਿਯੋਗ ਦੇਣਾ। ਥੋੜ੍ਹੇ ਦਿਨ ਪਹਿਲਾਂ ਝਾਵਰ ਚੱਕ ਜੋ ਗ੍ਰੰਥੀ ਹੈ ਭਾਈ ਸਰਦਾਰਾ ਸਿੰਘ ਜੀ, ਉਹਨਾਂ ਦੀ ਬੱਚੀ ਦੀ ਸ਼ਾਦੀ, ਉਹਨਾਂ ਨੇ ਬੇਨਤੀ ਕੀਤੀ ਸੀ ਸਭਾ ਦੇ ਵੀਰਾਂ ਨੂੰ ਕਿ ਮੇਰੀ ਸਮਾਜਿਕ ਸਹਾਇਤਾ ਕੀਤੀ ਜਾਵੇ। ਸਭਾ ਵੱਲੋਂ ਆਪਸ ਨੂੰ ਸੰਗਤਾਂ ਦੇ ਸਹਿਯੋਗ ਨਾਲ 15,000 ਰੁਪਇਆ ਦਿੱਤਾ ਕਿ ਉਹਦੇ ਨਾਲ ਸ਼ਾਦੀ ਤਾਂ ਨਹੀਂ ਹੋ ਸਕਦੀ ਪਰ ਥੋੜ੍ਹੀ ਬਹੁਤੀ ਮਦਦ ਜ਼ਰੂਰ ਹੋ ਸਕਦੀ ਹੈ। ਕਈ ਵੀਰਾਂ ਨੇ ਤਰਕ ਵੀ ਕੀਤਾ ਸੀ ਕਿ ਫੇਸਬੁੱਕ ਤੇ ਇਹ ਜਿਹੜੇ ਬਣੇ ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਪਾਈ, ਉਹਦਾ ਕਾਰਨ ਇਹ ਹੁੰਦਾ ਕਿ ਆਪਣੀ ਮਸ਼ਹੂਰੀ ਨਹੀਂ, ਕਈ ਵੀਰ ਉਸ ਵੀਡੀਓ ਨੂੰ ਦੇਖ ਕੇ ਜਾਂ ਫੋਟੋ ਨੂੰ ਦੇਖ ਕੇ
ਉਹਨਾਂ ਨਾਲ ਸੰਪਰਕ ਕਰਦੇ ਨੇ, ਉਹ ਵੀ ਉਹਨਾਂ ਦੀ ਸੇਵਾ ਕਰਦੇ ਹਨ। ਸੋ ਐਸਾ ਤਰਕ ਕਰਨਾ ਜਿਹੜਾ ਮਾੜੀ ਗੱਲ ਹੈ। ਸੋ ਸਮਾਜ ਦੀ ਸੇਵਾ ਜਿਹੜੀ ਹੈ, ਸਮਾਜ ਦੀ ਭਲਾਈ ਵਿੱਚ ਹਰ ਇੱਕ ਨੂੰ ਆਪਣਾ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਸੋ ਜਿਨ੍ਹਾਂ ਚਿਰ ਸਿੰਘ ਸਾਹਿਬ ਜੀ ਜੋ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਦਾ ਭਾਈ ਸਾਹਿਬ ਭਾਈ ਵਰਿੰਦਰ ਸਿੰਘ ਜੀ ਇੱਥੇ ਆਉਂਦੇ ਹਨ, ਵੀਰ ਜੀ ਇੱਕ ਸ਼ਬਦ ਰਾਹੀਂ ਹਾਜ਼ਰੀ ਭਰਨਗੇ। ਭਾਈ ਸਾਹਿਬ ਭਾਈ ਵਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਪਾਣੀ ਲਾਗੇ ਤਿੰਨ ਹੱਥ ਚੜਿਆਰਾ, ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਪਰਹੇ ਭੰਡਾਰਾ, ਸਭ ਤੂੰ ਵੱਡੇ ਭਾਗ ਗੁਰ ਸਿਖਾ ਕੇ, 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 ਸਭ ਤੋਂ ਵੱਡੇ ਭਾਗ ਗੁਰ ਸਿਖਾ ਕੇ, 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 ਜੋ ਗੁਰ ਚਰਨੀ ਸਿੱਖ ਪੜਤਿਆ, ਜੋ ਗੁਰ ਚਰਨੀ ਸਿੱਖ ਪੜਤਿਆ, ਸਭ ਤੋਂ ਵੱਡੇ ਭਾਗ ਗੁਰ ਸਿਖਾ ਕੇ, 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 ਸਭ ਤੋਂ ਵੱਡੇ ਤਨ ਤਨ ਪਾਪ ਤਿਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਤੇ ਆ, ਤਨ ਤਨ ਪਾਪ ਤਿਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਤੇ ਆ, ਜੋ ਹਰ ਨਾਮਾ ਹਰ ਮੁਖ ਕਹਤੇ ਆ, ਜੋ ਹਰ ਨਾਮਾ ਹਰ ਮੁਖ ਕਹਤੇ ਆ, ਸਭ ਤੋਂ ਵੱਡੇ ਭਾਗ ਗੁਰ ਸਿਖਾ ਕੇ, 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 ਜੋ ਗੁਰ ਚਰਨੀ ਸਿੱਖ ਪੜਤਿਆ, ਜੋ ਗੁਰ ਚਰਨੀ ਸਿੱਖ ਪੜਤਿਆ, ਸਭ ਤੋਂ ਵੱਡੇ ਭਾਗ ਗੁਰ ਸਿਖਾ ਕੇ,
ਕੇ ਭਾਗ ਗੁਰ ਸਿਖਾ ਕੇ ਭਾਗ ਗੁਰ ਸਿਖਾ ਕੇ ਭਾਗ ਗੁਰ ਸਿਖਾ ਕੇ ਭਾਗ ਗੁਰ ਸਿਖਾ ਕੇ ਸਭ ਤੋਂ ਵੱਡੇ ਤਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸ਼੍ਰਵਣੀ ਸੁਣਤੇ ਆ ਤਨ ਤਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸ਼੍ਰਵਣੀ ਸੁਣਤੇ ਆ ਜੋ ਹਰ ਜਸ ਸ਼੍ਰਵਣੀ ਸੁਣਤੇ ਆ ਜੋ ਹਰ ਜਸ ਸ਼੍ਰਵਣੀ ਸੁਣਤੇ ਆ ਸਭ ਤੋਂ ਵੱਡੇ ਭਾਗ ਗੁਰ ਸਿਖਾ ਕੇ 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 ਸਭ ਤੋਂ ਵੱਡੇ ਤਨ ਤਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਤਨ ਤਨ ਭਾਗ ਤਿਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆ ਜੋ ਗੁਰ ਸਿੱਖ ਲੈ ਮਨ ਜਿਣਤਿਆ ਜੋ ਗੁਰ ਸਿੱਖ ਲੈ ਮਨ ਜਿਣਤਿਆ ਸਭ ਤੋਂ ਵੱਡੇ ਭਾਗ ਗੁਰ ਸਿਖਾ ਕੇ 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 ਭਾਗ ਗੁਰ ਭਾਗ ਗੁਰ ਸਿਖਾ ਕੇ ਭਾਗ ਗੁਰ ਸਿਖਾ ਕੇ ਭਾਗ ਗੁਰ ਸਿਖਾ ਕੇ ਭਾਗ ਗੁਰ ਭਾਗ ਗੁਰ ਸਿਖਾ ਕੇ ਭਾਗ ਗੁਰ ਸਿਖਾ ਕੇ ਜੋ ਗੁਰ ਚਰਨੀ ਸਿੱਖ ਪੜਤੇ ਆ ਜੋ ਗੁਰ ਚਰਨੀ ਸਿੱਖ ਪੜਤੇ ਆ ਸਭ ਤੋਂ ਵੱਡੇ ਭਾਗ ਗੁਰ ਸਿਖਾ ਕੇ 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 ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਿੰਦਰ ਸਿੰਘ ਜੀ
ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਵੱਡੀ ਦਾਤ ਬਖਸ਼ਿਸ਼ ਕੀਤੀ ਹੈ, ਇਹਨਾਂ ਤੇ ਬੜੀ ਕਿਰਪਾ ਹੈ। ਸਟੇਜ ਵੱਲੋਂ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਸਾਡੇ ਕੋਲ ਭਾਈ ਸਾਹਿਬ ਭਾਈ ਵਿਨੇਂਦਰ ਸਿੰਘ ਜੀ ਗੁਰੂ ਕੀ ਕੀਰਤਨੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਦਰ ਦੇ ਕੀਰਤਨੀ ਭਾਈ ਵਿਨੇਂਦਰ ਸਿੰਘ ਜੀ ਉਹ ਪਹੁੰਚ ਚੁੱਕੇ ਹਨ। ਉਹਨਾਂ ਨੂੰ ਬੇਨਤੀ ਕਰਾਂਗੇ ਸਟੇਜ ਤੇ ਆ ਜਾਣ। ਆਓ ਉਹਨਾਂ ਦੇ ਸਤਿਕਾਰ ਵਿੱਚ ਕਾਰਨ ਕਰੀਏ। ਬੋਲੇ ਸੋ ਨਿਹਾਲ। ਇਹ ਜੋ ਸਮਾਗਮ ਇਹ ਜਿੱਥੇ ਆਪ ਇੱਥੇ ਬੈਠ ਕੇ ਸੁਣ ਰਹੇ ਹੋ, ਉੱਥੇ ਘਰਾਂ ਵਿੱਚ ਵੀ ਲਾਈਵ ਜੋ ਇੱਕ ਬਾਣੀ ਚੈਨਲ 115 ਨੰਬਰ ਤੇ ਚੱਲਦਾ ਹੈ, ਜੇਕੇ ਚੈਨਲ ਤੇ ਲੋਕ ਘਰਾਂ ਵਿੱਚ ਬੈਠ ਕੇ, ਬਲਕਿ ਜੰਮੂ ਵਿੱਚ ਨਹੀਂ ਸ਼੍ਰੀਨਗਰ ਵਿੱਚ ਵੀ ਉੱਥੋਂ ਵੀ ਮੈਸੇਜ ਆ ਰਹੇ ਨੇ। ਹੁਣ ਤੱਕ ਸਾਰੀਆਂ ਸੰਗਤਾਂ ਗੁਰੂ ਦੀਆਂ ਸੰਗਤਾਂ ਘਰ ਬੈਠ ਕੇ ਵੀ ਇਸ ਮਹਾਨ ਬਾਣੀ ਦਾ ਆਨੰਦ ਲੈ ਰਹੀਆਂ ਨੇ। ਕਿਰਪਾ ਕਰਕੇ ਬੇਨਤੀ ਕਰ ਲਓ। ਸੋ ਇਸ ਮਹਾਨ ਸਮਾਗਮ ਦਾ ਆਨੰਦ ਲੈ ਰਹੇ ਹਾਂ। ਅਸੀਂ ਇੱਕ ਬਾਣੀ ਦੇ ਚੈਨਲ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਖਾਸ ਕਰਕੇ ਵੀਰ ਇਹ ਜਿਹੜੀ ਸੇਵਾ ਹੈ ਨਿਸ਼ਕਾਮ ਕਰਦੇ ਹਨ, ਕੋਈ ਪੈਸਾ ਨਹੀਂ ਖਰਚਣਾ। ਇਹ ਜਿਹੜਾ ਜਾ ਕੇ ਆਪਣਾ ਪ੍ਰੋਗਰਾਮ ਜਿਹੜਾ ਹੈ ਉਹ ਖਿੱਚਦੇ ਹਨ, ਸਮਾਜ ਨੂੰ ਰਿਕਾਰਡ ਕਰਦੇ ਹਨ ਅਤੇ ਬਾਅਦ ਵਿੱਚ ਵੀ ਟੀਵੀ ਤੇ